ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨਸ ਪੰਜਾਬ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪਿਛਲੇ ਦਿਨੀ ਜਿਹੜਾ ਫੈਸਲਾ ਕੀਤਾ ਗਿਆ ਸਕੂਲਾਂ ਦੀਆਂ ਫੀਸਾਂ ਨੂੰ ਲੈ ਕੇ, ਉਹ ਫੈਸਲੇ ਦੀ ਵਿਸ਼ੇਸ਼ ਤੌਰ ਤੇ ਜਾਣਕਾਰੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਦੇਣੀ ਹੈ ਵੀ ਕਿਵੇਂ ਉਹ ਪੇਰੈਂਟਸ ਦੇ ਅਤੇ ਸਕੂਲ ਮੁਲਾਜ਼ਮਾਂ ਦੇ ਹਿੱਤਾਂ ਦੇ ਵਿੱਚ ਹੈ। ਇਸ ਕੋਰਟ ਦੇ ਫੈਸਲੇ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਸਕੂਲਾਂ ਦੀਆਂ ਫੀਸਾਂ ਨੂੰ ਲੈ ਕੇ, ਤੇ ਇਹ ਜਿਹੜਾ ਕੋਰਟ ਦਾ ਫੈਸਲਾ ਆਇਆ ਪੇਰੈਂਟਸ ਦੇ ਹਿੱਤਾਂ ਦੇ ਲਈ ਇਹ ਸਰਕਾਰ ਦੇ ਫੈਸਲੇ ਨਾਲੋਂ ਕਾਫੀ ਬਿਹਤਰ ਹੈ। ਜਦੋਂ ਕਿ ਇਸ ਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਕੁਝ ਲੋਕਾਂ ਵੱਲੋਂ ਵੀ ਇਹ ਪੇਰੈਂਟਸ ਦੇ ਹੱਕ ਵਿੱਚ ਨਹੀਂ ਹੈਗਾ। ਮੈਂ ਇਸ ਦੀ ਤੁਲਨਾਤਮਕ ਜੇ ਅਸੀਂ ਗੱਲ ਕਰੀਏ, ਜਿਹੜਾ ਪੰਜਾਬ ਸਰਕਾਰ ਦਾ ਆਰਡਰ ਸੀਗਾ, ਉਸ ਸਰਕਾਰ ਦੇ ਆਰਡਰ ਦੇ ਵਿੱਚ ਉਹਨਾਂ ਨੇ 100% ਜਿਹੜੀ ਮੰਥਲੀ ਟਿਊਸ਼ਨ ਫੀਸ ਲੈਣ ਲਈ ਕਿਹਾ ਸੀ, ਅਤੇ ਟਰਾਂਸਪੋਰਟੇਸ਼ਨ ਬਾਰੇ ਸਾਇਲੈਂਟ ਸੀਗਾ ਉਹ ਫੈਸਲਾ। ਐਨੂਅਲ ਫੰਡ ਬਾਰੇ ਉਹਨਾਂ ਨੇ ਕਿਹਾ ਸੀ ਵੀ ਲਏ ਜਾਣਗੇ, ਬਾਅਦ ਦੇ ਵਿੱਚ ਲਏ ਜਾਣਗੇ। ਜਦੋਂ ਕਿ ਜਿਹੜਾ ਕੋਰਟ ਦਾ ਆਰਡਰ ਹੈਗਾ, ਇਸ ਆਰਡਰ ਦੇ ਵਿੱਚ ਟਿਊਸ਼ਨ ਫੀਸ ਉਹਨਾਂ ਨੇ 100% ਕਹੀ ਹੈ। ਐਨੂਅਲ ਫੰਡ ਸਾਨੂੰ ਉਹਨਾਂ ਨੇ ਆਦੇਸ਼ ਦਿੱਤੇ ਨੇ ਮਾਨਯੋਗ ਕੋਰਟ ਨੇ ਵੀ ਜਿੰਨਾ ਸਾਡਾ ਲੋਕਡਾਊਨ ਪੀਰੀਅਡ ਦੇ ਦੌਰਾਨ ਖਰਚਾ ਆ ਰਿਹਾ, ਅਸੀਂ ਉਹ ਖਰਚਾ ਇਸ ਦੇ ਦੌਰਾਨ ਹਾਸਲ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿਹੜੇ ਟਰਾਂਸਪੋਰਟੇਸ਼ਨ ਨੇ ਉਸ ਦੇ ਵਿੱਚ ਜਿਹੜੇ ਸਾਡੇ ਡਰਾਈਵਰਸ, ਕੰਡਕਟਰਸ ਜਾਂ ਸਾਡੇ ਹੋਰ ਸਿੱਧੇ ਖਰਚੇ ਨੇ, ਉਹਨਾਂ ਦੀ ਪੂਰਤੀ ਕਰਦੇ ਹੋਏ ਅਸੀਂ ਬਾਕੀ ਜਿਹੜਾ ਹੈਗਾ ਉਹ ਛੱਡ ਰਹੇ ਹਾਂ, ਤੇ ਅਸੀਂ ਉਹਨਾਂ ਹਿੱਸਾ ਹੀ ਲੈ ਰਹੇ ਹਾਂ ਟਰਾਂਸਪੋਰਟੇਸ਼ਨ ਦਾ ਜਿੰਨਾ ਕਿ ਮਾਨਯੋਗ ਕੋਰਟ ਨੇ ਸਾਨੂੰ ਆਦੇਸ਼ ਦਿੱਤੇ ਨੇ ਵੀ ਅਸੀਂ ਉਹ ਵਸੂਲ ਲਈਏ। ਸੋ ਇਸ ਲਈ ਜੇਕਰ ਅਸੀਂ ਗੌਰ ਨਾਲ ਇਸ ਨੂੰ ਦੇਖੀਏ ਫੈਸਲੇ ਨੂੰ, ਤਾਂ ਜਦੋਂ ਅਸੀਂ ਇਸ ਨੂੰ ਇੰਪਲੀਮੈਂਟ ਕਰਾਂਗੇ ਤਾਂ ਅਸੀਂ ਜਿਹੜੀ ਫੈਡਰੇਸ਼ਨ ਨੇ ਪੰਜਾਬ ਦੇ ਆਪਣੇ ਸਾਰੇ ਕਾਲਜਾਂ ਨੂੰ ਅਤੇ ਇਸ ਦੇ ਅੰਡਰ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਦੇ ਸਕੂਲਾਂ ਨੂੰ ਉਹਨਾਂ ਨੂੰ ਇਹ ਨਿਰਦੇਸ਼ ਦਿੱਤੇ ਨੇ ਵੀ ਅਸੀਂ ਜਿਹੜੇ ਸਕੂਲ ਐਨੂਅਲ ਫੰਡ ਲੈ ਰਹੇ ਨੇ ਉਹ ਅਸੀਂ 100% ਦੀ ਬਜਾਏ 70% ਅਸੀਂ ਪੇਰੈਂਟਸ ਤੋਂ ਲੋਕਡਾਊਨ ਪੀਰੀਅਡ ਦੇ ਜਿਹੜੇ ਵਸੂਲ ਕਰਾਂਗੇ। 30% ਅਸੀਂ ਉਹ ਹਿੱਸਾ ਛੱਡ ਦਿੱਤਾ ਜਿਹੜਾ ਸਾਡਾ ਇਸ ਲੋਕਡਾਊਨ ਦੇ ਦੌਰਾਨ ਖਰਚ ਨਹੀਂ ਆ ਰਿਹਾ ਸੀ, ਜਿਸ ਦੀ ਗੱਲ ਵਾਰ-ਵਾਰ ਪੇਰੈਂਟਸ ਕਰ ਰਹੇ ਸੀ ਵੀ ਕੁਝ ਬਿਲਡਿੰਗਾਂ ਦੇ ਖਰਚੇ ਇਹੋ ਜਿਹੇ ਨੇ ਜਿਹੜੇ ਲੋਕਡਾਊਨ ਦੇ ਦੌਰਾਨ ਨਹੀਂ ਖਰਚ ਹੋ ਰਹੇ, ਉਹ ਅਸੀਂ ਹਿੱਸਾ 30% ਦੇ ਰੂਪ ਦੇ ਵਿੱਚ ਛੱਡ ਦਿੱਤਾ। ਇਸੇ ਤਰ੍ਹਾਂ ਜਿਹੜੀ ਟਰਾਂਸਪੋਰਟੇਸ਼ਨ ਫੀਸ ਸੀਗੀ, ਟਰਾਂਸਪੋਰਟੇਸ਼ਨ ਦੇ ਵਿੱਚ ਸਾਡਾ 30% ਦੇ ਤੌਰ 'ਚ ਤਕਰੀਬਨ ਡੀਜ਼ਲ ਬਚ ਰਿਹਾ। ਇਸ ਤੋਂ ਇਲਾਵਾ ਥੋੜ੍ਹੀ ਹੋਰ ਸੇਵਿੰਗ ਹੋ ਰਹੀ ਹੈ ਕੋਈ ਰਿਪੇਅਰ ਮੇਨਟੇਨੈਂਸ ਦੀ, ਪਰੰਤੂ ਅਸੀਂ ਸਾਂਝੇ ਫੈਸਲੇ ਦੇ ਦੌਰਾਨ ਫੈਡਰੇਸ਼ਨ ਨੇ ਜਿਹੜਾ ਇਹ ਫੈਸਲਾ ਕੀਤਾ ਵੀ ਸਾਰੇ ਮੈਂਬਰ ਸਕੂਲ ਨੇ ਜਿਹੜੇ ਉਹ ਟਰਾਂਸਪੋਰਟੇਸ਼ਨ ਫੀਸ ਆ ਜਿਹੜੀ ਉਹ 50% ਤੋਂ ਵੱਧ ਨਹੀਂ ਲੈਣਗੇ। ਇਸ ਜਿਹੜੇ ਸਕੂਲ ਆਪਦੇ ਆਪ ਮਹਿਸੂਸ ਕਰਨਗੇ ਸਾਡਾ ਖਰਚਾ ਇਸ ਤੋਂ ਜ਼ਿਆਦਾ ਨਹੀਂ ਹੋ ਰਿਹਾ, ਹੋਰ ਸੇਵਿੰਗ ਹੋ ਰਹੀ ਆ, ਉਹ ਇਸ ਤੋਂ ਵਧੇਰੇ ਵੀ ਛੋਟ ਕਰ ਰਹੇ ਨੇ। ਇਸੇ ਤਰ੍ਹਾਂ ਜਿਹੜੇ ਸਕੂਲ ਇੱਕ ਵਾਰ-ਵਾਰ ਗੱਲ ਆ ਰਹੀ ਸੀ, ਬਹੁਤ ਸਾਰੇ ਸਕੂਲਾਂ ਨੇ ਵੀ ਆਪਦੀਆਂ ਐਨੂਅਲ ਫੰਡ ਨੇ ਜਿਹੜੇ ਮਰਜ ਕਰ ਦਿੱਤੇ ਨੇ ਟਿਊਸ਼ਨ ਫੀਸਾਂ ਦੇ ਵਿੱਚ। ਮਰਜ ਨਹੀਂ ਕੀਤੇ, ਪਰੰਤੂ ਜਿਨ੍ਹਾਂ ਦੇ ਪਿਛਲੇ ਸਾਲਾਂ ਦੇ ਦੌਰਾਨ ਟਿਊਸ਼ਨ ਫੀਸ ਹੈੱਡ ਹੈਗਾ ਇਕੱਲਾ, ਐਨੂਅਲ ਫੰਡ ਉਹਨਾਂ ਦਾ ਵੱਖਰੇ ਤੌਰ ਤੇ ਹੈੱਡ ਨਹੀਂ ਹੈਗਾ, ਉਹ ਸਕੂਲਾਂ ਨੂੰ ਅਸੀਂ ਨਿਰਦੇਸ਼ ਦਿੱਤੇ ਨੇ, ਐਡਵਾਈਜ਼ਰੀ ਜਾਰੀ ਕੀਤੀ ਹੈ ਫੈਡਰੇਸ਼ਨ ਨੇ ਵੀ ਉਹ 100% ਟਿਊਸ਼ਨ ਫੀਸ ਨਾ ਲੈਂਦੇ ਹੋਏ 88% ਯਾਨੀ ਕਿ 12% ਜਿਹੜੀ ਹੈਗੀ ਹੈ ਘੱਟ ਲਵਾਂਗੇ, ਯਾਨੀ ਕਿ 88% ਟਿਊਸ਼ਨ ਫੀਸ ਲਵਾਂਗੇ। ਹੁਣ ਜੇਕਰ ਇਸ ਫੈਸਲੇ ਨੂੰ ਜੋ ਫੈਡਰੇਸ਼ਨ ਨੇ ਲਿਆ ਇਸ ਨੂੰ ਸੰਖੇਪ ਵਿੱਚ ਕਹਿਣਾ ਹੋਵੇ ਤਾਂ ਅਸੀਂ ਟਿਊਸ਼ਨ ਫੀਸ 100% ਦੀ ਬਜਾਏ 88% ਲੈ ਰਹੇ ਹਾਂ। ਉਹ ਸਕੂਲ ਜਿਹੜੇ ਵੱਖਰੇ ਤੌਰ ਤੇ ਐਨੂਅਲ ਫੰਡ ਨਹੀਂ ਲੈ ਰਹੇ, ਜਿਹੜੇ ਸਕੂਲ ਐਨੂਅਲ ਫੰਡ ਲੈ ਰਹੇ ਨੇ ਉਹ 100% ਐਨੂਅਲ ਫੰਡ ਦੀ ਬਜਾਏ 70% ਐਨੂਅਲ ਫੰਡ ਲੈ ਰਹੇ ਹਾਂ। ਅਤੇ ਇਸੇ ਤਰ੍ਹਾਂ ਟਰਾਂਸਪੋਰਟੇਸ਼ਨ ਜਿਹੜੀ ਹੈਗੀ ਹੈ ਉਹ ਅਸੀਂ 50% ਤੋਂ ਵਧੇਰੇ ਨਹੀਂ ਲੈ ਰਹੇ। ਕੁਝ ਸਕੂਲਾਂ ਨੇ ਇਹੋ ਜਿਹੇ ਵੀ ਸਾਡੇ ਕੋਲ ਤੱਥ ਰੱਖੇ ਨੇ ਜਿਨ੍ਹਾਂ ਦੇ ਖਰਚੇ ਹੋਰ ਜ਼ਿਆਦਾ ਬਚ ਰਹੇ ਨੇ, ਤਾਂ ਉਹਨਾਂ ਨੇ ਸਵੈ ਇੱਛਾ ਦੇ ਨਾਲ ਪੇਰੈਂਟਸ ਨੂੰ ਇਸ ਤੋਂ ਵਧੇਰੇ ਵੀ ਜਿਹੜੇ ਕੋਈ ਖਰਚੇ ਬਚਣਗੇ ਉਹ ਛੱਡਣ ਦਾ ਦਾਅਵਾ ਕੀਤਾ। ਇਸ ਦੇ ਨਾਲ ਹੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਫੈਸਲੇ ਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ ਜਿਹੜੇ ਵਿਦਿਆਰਥੀ ਫੀਸ ਭਰਨ ਦੇ ਯੋਗ ਨਹੀਂ ਜਾਂ ਅਸਮਰਥ ਪੇਰੈਂਟਸ ਨੇ ਉਹਨਾਂ ਲਈ ਸਾਨੂੰ ਐਡਵਾਈਜ਼ ਕੀਤਾ ਸੀਗਾ ਵੀ ਉਹਨਾਂ ਦਾ ਖਿਆਲ ਰੱਖੋ, ਪਰੰਤੂ ਕੋਰਟ ਦੇ ਫੈਸਲੇ 'ਚ ਸਾਨੂੰ ਨਿਰਦੇਸ਼ ਦਿੱਤੇ ਗਏ ਨੇ ਇਹੋ ਜਿਹੇ ਮਾਤਾ ਪਿਤਾ ਜਿਨ੍ਹਾਂ ਦਾ ਜਿਹੜੀ ਆਮਦਨ ਸੀਗੀ ਉਹ ਅਪ੍ਰੈਲ ਤੇ ਮਈ ਦੇ ਮਹੀਨੇ ਵਿੱਚ ਪ੍ਰਭਾਵਿਤ ਹੋਈ ਸੀ ਬੁਰੀ ਤਰ੍ਹਾਂ, ਉਹ ਸਕੂਲਾਂ ਨੂੰ ਇੱਕ ਐਪਲੀਕੇਸ਼ਨ ਦੇਣਗੇ ਤੱਥ ਪੇਸ਼ ਕਰਦੇ ਹੋਏ, ਤੇ ਸਕੂਲ ਅਸੀਂ ਜਿੰਨੀ ਫੈਡਰੇਸ਼ਨ ਦੇ ਮੈਂਬਰ ਸਕੂਲ ਆ ਇਸ ਗੱਲ ਦਾ ਦਾਅਵਾ ਕਰਦੇ ਹਾਂ ਔਰ ਵਾਅਦਾ ਕਰਦੇ ਹਾਂ ਵੀ ਅਸੀਂ ਉਹ ਪੇਰੈਂਟਸ ਦੇ ਤੱਥਾਂ ਨੂੰ ਦੇਖਦੇ ਹੋਏ ਉਹਨਾਂ ਦੀ ਯੋਗ ਮਦਦ ਕਰਾਂਗੇ। ਉਹ ਮਦਦ
ਉਹਨਾਂ ਨੂੰ ਫੀਸ ਲੇਟ ਭਰਨ ਦੇ ਰੂਪ ਵਿੱਚ ਵੀ ਹੋ ਸਕਦੀ ਹੈ, ਉਹ ਮਦਦ ਉਹਨਾਂ ਨੂੰ ਕਨਸੈਸ਼ਨ ਦੇ ਰੂਪ ਦੇ ਵਿੱਚ ਵੀ ਹੋ ਸਕਦੀ ਹੈ। ਸੋ ਇਸ ਲਈ ਜਿਹੜਾ ਇਹ ਕੋਰਟ ਦਾ ਫੈਸਲਾ ਹੈ ਇਹ ਇੱਕ ਪਾਸੜ ਫੈਸਲਾ ਨਹੀਂ ਹੈ। ਇਸ ਦੇ ਵਿੱਚ 8% ਦੇ ਵੀ ਜਿਹੜੇ ਪੰਜਾਬ ਸਰਕਾਰ ਨੇ ਸਾਨੂੰ ਐਡਵਾਈਸ ਦਿੱਤੀ ਸੀ ਵਾਧਾ ਨਾ ਕਰੋ, ਤੇ ਕੋਰਟ ਨੇ ਸਾਨੂੰ ਡਾਇਰੈਕਸ਼ਨ ਦਿੱਤੀ ਆ, ਨਿਰਦੇਸ਼ ਦਿੱਤੇ ਨੇ ਵੀ ਕੋਈ ਵੀ ਸਕੂਲ ਜਿਹੜਾ ਹੈਗਾ ਉਹ ਪਿਛਲੇ ਸਾਲ ਦੀ ਫੀਸ ਨਾਲੋਂ ਵੱਧ ਫੀਸ ਨਹੀਂ ਲਊਗਾ। ਇਸ ਲਈ ਜਦੋਂ ਇਸ ਫੈਸਲੇ ਨੂੰ ਤੁਲਨਾਤਮਕ ਤੌਰ ਤੇ ਅਧਿਐਨ ਕੀਤਾ ਜਾਊਗਾ ਤਾਂ ਇਹ ਫੈਸਲਾ ਪੰਜਾਬ ਸਰਕਾਰ ਦੇ ਫੈਸਲੇ ਨਾਲੋਂ ਮਾਪਿਆਂ ਲਈ ਬਿਹਤਰ ਹੈ। ਪਰੰਤੂ ਇਸ ਨੂੰ ਜਿਹੜਾ ਪੇਸ਼ ਕੀਤਾ ਜਾ ਰਿਹਾ ਉਹ ਕੁਝ ਰਾਜਨੀਤਿਕ ਤੇ ਪੋਲੀਟੀਕਲ ਕਾਰਨਾਂ ਕਰਕੇ ਇਹ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਵੀ ਜਿਵੇਂ ਕੋਰਟ ਦਾ ਫੈਸਲਾ ਪੇਰੈਂਟਸ ਦੇ ਖਿਲਾਫ ਆ ਗਿਆ ਹੋਵੇ। ਲੇਕਿਨ ਇਸ ਦੌਰ ਦੇ ਵਿੱਚ ਜਿਹੜੀ ਫੈਡਰੇਸ਼ਨ ਹੈ ਉਹ ਹਰ ਪੱਖ ਤੋਂ ਪੇਰੈਂਟਸ ਦੇ ਨਾਲ ਹੈ, ਔਰ ਨਾਲ ਹੀ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਸਾਡਾ ਮਕਸਦ ਇਹ ਵੀ ਹੈ, ਇਹ ਜਾਗਰਤੀ ਪੈਦਾ ਕਰਨਾ ਵੀ ਜਿਹੜਾ ਕੁਛ ਨਾ ਕੁਛ ਕਿਸੇ ਨਾ ਕਿਤੇ ਪ੍ਰੋਟੈਸਟ ਹੋ ਰਿਹਾ, ਉਹ ਜਿਹੜੇ ਮਾਪੇ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ ਉਹ ਹੈਗੇ ਨੇ, ਉਹਨਾਂ ਨੂੰ ਚਿੰਤਾ ਹੈ, ਪਰੰਤੂ ਇਸ ਤੋਂ ਇਲਾਵਾ ਅਸੀਂ ਉਹਨਾਂ ਦੇ ਸਤਿਕਾਰ ਦੇ ਵਿੱਚ ਕੋਈ ਮਾੜੀ ਭਾਸ਼ਾ ਨਹੀਂ ਇਸਤੇਮਾਲ ਕਰਦੇ, ਕਿਉਂਕਿ ਉਹਨਾਂ ਦੇ ਬੱਚੇ ਸਾਡੇ ਕੋਲ ਪੜ੍ਹਦੇ ਨੇ। ਮਾਂ-ਬਾਪ ਦੀ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ, ਪਰੰਤੂ ਇੱਕ ਹੋਰ ਐਸਾ ਵਰਗ ਜੁੜ ਗਿਆ ਜਿਹੜਾ ਕਿ ਸਕੂਲਾਂ ਦੇ ਖਿਲਾਫ ਉੱਠ ਖੜਾ ਹੋਇਆ। ਉਹ ਲੋਕ ਕੌਣ ਨੇ? ਉਹ ਸ਼ਰਾਰਤੀ ਲੋਕ ਨੇ ਜਾਂ ਕੋਈ ਆਪਦਾ ਪੋਲੀਟੀਕਲ ਕੈਰੀਅਰ ਅਜ਼ਮਾਉਣਾ ਚਾਹੁੰਦੇ ਨੇ। ਇਸ ਲਈ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਵੀ ਜਦੋਂ ਇਹੋ ਜਿਹੇ ਸਮੂਹ ਉੱਠਦੇ ਨੇ ਉੱਥੇ ਦੇਖਿਆ ਜਾਵੇ ਉਹ ਕਿਹੜੀ ਕਿਹੜੀ ਪਾਰਟੀ ਦੇ ਬੰਦੇ ਨੇ, ਕੀ ਉਹਨਾਂ ਦਾ ਮਕਸਦ ਹੈ, ਉਹਨਾਂ ਦੇ ਬੱਚੇ ਪੜ੍ਹਦੇ ਵੀ ਨੇ ਕਿ ਨਹੀਂ ਪੜ੍ਹਦੇ। ਜਿਹੜੇ ਮਾਤਾ ਪਿਤਾ ਨੇ ਉਹਨਾਂ ਨੂੰ ਇਸ ਫੈਸਲੇ ਦਾ ਰੋਸ ਹੈ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਕਿਸੇ ਇਹੋ ਜਿਹੀ ਗਤੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਦੇ ਸੰਬੰਧਿਤ ਸਕੂਲ ਦੇ ਵਿੱਚ ਜਾਣ, ਉੱਥੋਂ ਦੀ ਮੈਨੇਜਮੈਂਟ ਨਾਲ ਗੱਲ ਕਰਨ, ਤੇ ਮੈਂ ਦਾਅਵਾ ਕਰਦਾ ਵੀ ਫੈਡਰੇਸ਼ਨ ਦੇ ਸਾਰੇ ਮੈਂਬਰ ਸਕੂਲ ਉਹਨਾਂ ਦੀ ਗੱਲ ਦਾ ਧਿਆਨ ਨਾਲ ਸੁਣਾਂਗੇ ਅਤੇ ਉਹਦਾ ਢੁਕਵਾਂ ਅਸੀਂ ਯੋਗ ਜਿਹੜਾ ਹੈਗਾ ਉਹ ਹੱਲ ਵੀ ਕੱਢਾਂਗੇ। ਸੋ ਇਸ ਮੌਕੇ ਦੇ ਉੱਤੇ ਸਕੂਲਾਂ ਨੂੰ ਰਾਜਨੀਤਿਕ ਪਲੇਟਫਾਰਮ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਦੇਖੋ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਕਿੰਨੀਆਂ ਵੱਧ ਗਈਆਂ, ਹੋਰ ਬਹੁਤ ਸਾਰੇ ਇਹੋ ਜਿਹੇ ਇਸ ਲਾਕਡਾਊਨ ਦੇ ਦੌਰਾਨ ਚੀਜ਼ਾਂ ਵਾਪਰੀਆਂ ਨੇ ਜਿਹੜੀਆਂ ਪੇਰੈਂਟਸ ਦੇ ਉੱਤੇ ਬਹੁਤ ਬੋਝ ਨੇ। ਹੋਰ ਕਿਸੇ ਵੀ ਚੀਜ਼ ਦਾ ਕੋਈ ਵਿਰੋਧ ਨਹੀਂ ਹੋਇਆ, ਸਿਰਫ ਸਕੂਲ ਦੀਆਂ ਫੀਸਾਂ ਦੇ ਉੱਤੇ ਇਹ ਪੋਲਿਟਿਕਸ ਹੋ ਰਹੀ ਹੈ। ਇਸ ਲਈ ਅਸੀਂ ਇਸ ਪਲੇਟਫਾਰਮ ਤੋਂ ਮਾਤਾ ਪਿਤਾ ਨੂੰ ਇਹ ਅਪੀਲ ਕਰਦੇ ਹਾਂ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਇਹਨਾਂ ਸਕੂਲਾਂ ਨਾਲ ਜੁੜਿਆ ਹੋਇਆ। ਤੁਸੀਂ ਇਹ ਸਕੂਲਾਂ ਨਾਲ ਇਸ ਲਈ ਜੁੜੇ ਹੋਏ ਹੋ ਕਿਉਂਕਿ ਤੁਹਾਨੂੰ ਇੱਥੋਂ ਦੇ ਇਨਫਰਾਸਟ੍ਰਕਚਰ ਤੋਂ ਲੈ ਕੇ ਪੜ੍ਹਾਈ ਦਾ ਹਰ ਸਿਸਟਮ ਵਧੀਆ ਲੱਗਦਾ। ਕਿਤੇ ਇਹ ਨਾ ਹੋਵੇ ਵੀ ਇੱਕ ਸਾਡੇ ਵਿੱਚ ਇਹੋ ਜਿਹਾ ਵਰਗ ਆ ਕੇ ਆਪਸ ਵਿੱਚ ਸਾਡਾ ਫਰਕ ਪਵਾ ਦੇਵੇ ਜਿਹਦੇ ਨਾਲ ਅਧਿਆਪਕਾਂ ਦਾ ਮਾਣ ਸਨਮਾਨ ਤੇ ਸੱਟ ਵੱਜੇ। ਸੋ ਇਸ ਲਈ ਜਿਹੜੇ ਤੁਹਾਡੇ ਬੱਚੇ ਨੇ ਉਹਨਾਂ ਨੇ ਇਹਨਾਂ ਅਧਿਆਪਕਾਂ ਤੋਂ ਪੜ੍ਹ ਰਹੇ ਨੇ ਤੇ ਪੜ੍ਹਦੇ ਰਹਿਣਾ, ਇਸ ਲਈ ਅਧਿਆਪਕਾਂ ਦਾ ਸਨਮਾਨ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਔਰ ਇਸ ਦੌਰ ਦੇ ਵਿੱਚ ਅੱਜ 3 ਮਹੀਨਿਆਂ ਦੇ ਬਾਅਦ ਸਕੂਲਾਂ ਦੀ ਸਥਿਤੀ ਇਹੋ ਜਿਹੀ ਹੋ ਗਈ ਹੈ, ਜੇਕਰ 30-40% ਸਕੂਲ ਅਜਿਹੀ ਸਥਿਤੀ ਵਿੱਚ ਬੰਦ ਹੋ ਜਾਂਦੇ ਨੇ ਤਾਂ ਉਹ ਬੱਚਿਆਂ ਦਾ ਭਵਿੱਖ ਕੀ ਹੋਊਗਾ। ਸੋ ਇਹ ਗੱਲਾਂ ਨੂੰ ਸਮਝਦੇ ਹੋਏ ਅਸੀਂ ਇਸ ਕਾਨਫਰੰਸ ਦੇ ਰਾਹੀਂ ਮਾਤਾ ਪਿਤਾ ਨੂੰ ਇਹ ਅਪੀਲ ਕਰਦੇ ਹਾਂ ਵੀ ਜਿਹੜਾ ਇਹ ਕੋਰਟ ਦੇ ਫੈਸਲੇ ਦਾ ਸਨਮਾਨ ਕਰੀਏ ਔਰ ਆਪਸ ਵਿੱਚ ਮਿਲ ਕੇ ਬੈਠ ਕੇ ਜਿਹੜਾ ਇਸ ਮਸਲੇ ਨੂੰ ਢੁਕਵਾਂ ਹੱਲ ਕੱਢੀਏ। ਔਰ ਅਸੀਂ ਦਾਅਵਾ ਕਰਦੇ ਹਾਂ ਵੀ ਜਿਹੜਾ ਇਹ ਕੋਰਟ ਦਾ ਫੈਸਲਾ ਆਇਆ ਇਸ ਨੂੰ ਅਸੀਂ ਸਨਮਾਨਯੋਗ ਤਰੀਕੇ ਦੇ ਨਾਲ ਜਿਹੜਾ ਲਾਗੂ ਕਰਵਾਵਾਂਗੇ। ਸੋ ਅੱਜ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਵੱਖ-ਵੱਖ ਡਿਸਟ੍ਰਿਕਟ ਰੀਪ੍ਰੈਜ਼ੈਂਟੇਟਿਵ ਫੈਡਰੇਸ਼ਨ ਦੇ ਉਹ ਇਸ ਗੱਲ ਦੀ ਪੁਸ਼ਟੀ ਕਰਨ ਆਏ ਨੇ ਵੀ ਹਾਂ ਅਸੀਂ ਮਾਤਾ ਪਿਤਾ ਨੂੰ ਆਪਣੇ ਜ਼ਿਲ੍ਹੇ ਵਿੱਚ ਆਪਣੇ ਜ਼ਿਲ੍ਹੇ ਦੇ ਸਕੂਲਾਂ ਦੇ ਵਿੱਚ ਜਿਹੜੀ ਚੰਗੀ ਰਾਹਤ ਦੇਵਾਂਗੇ। ਸੋ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਦਾ ਇਹ ਮੁੱਦਾ ਜੀ। ਲੇਕਿਨ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਇਸ ਫੈਸਲੇ ਨੂੰ ਕਰਾਂਗੇ। ਪੇਰੈਂਟਸ ਵੱਲੋਂ ਵੀ ਕੱਲ੍ਹ ਜਿਹੜਾ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਤੇ ਅਪੀਲ ਫਾਈਲ ਕੀਤੀ ਗਈ ਹੈ। ਕੁਝ ਪੇਰੈਂਟਸ ਸੁਪਰੀਮ ਕੋਰਟ ਵੀ ਗਏ ਹੈ, ਬਾਕੀ ਕਈ ਸੂਬਿਆਂ ਦੇ ਹੋਰ ਵੀ ਪੇਰੈਂਟਸ ਹੈਗੇ, ਉਹਨਾਂ ਨੇ ਉੱਥੇ ਵੀ ਪਟੀਸ਼ਨ ਫਾਈਲ ਕੀਤੀ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਪੇਰੈਂਟਸ ਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪ੍ਰੋਪੇਗੈਂਡਾ ਬਣਾਇਆ ਗਿਆ ਹੈ ਕਿ ਪੇਰੈਂਟਸ ਨੂੰ ਇਹ ਲੱਗ ਰਿਹਾ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਹੈ, ਇਸ ਲਈ ਉਹਨਾਂ ਨੇ ਜੀ ਇਹ ਪ੍ਰੋਪੇਗੈਂਡਾ ਇਸੇ ਗੱਲ ਨੂੰ ਸਪਸ਼ਟ ਕਰਨ ਲਈ ਅਸੀਂ ਕਲੀਅਰ ਆਏ ਹਾਂ ਵੀ ਇੱਕ ਪਾਸੇ ਤੁਸੀਂ ਪੰਜਾਬ ਸਰਕਾਰ ਦਾ ਜੋ ਖੁਦ ਦਾ ਆਰਡਰ ਸੀ ਇਹਨਾਂ ਦਾ ਉਹ ਰੱਖ ਲਓ ਇੱਕ ਪਾਸੇ, ਦੂਸਰੇ ਪਾਸੇ ਇਸ ਹਾਈ ਕੋਰਟ ਦੇ ਆਰਡਰ ਮਾਨਯੋਗ ਹਾਈ ਕੋਰਟ ਦੇ ਆਰਡਰ ਨੂੰ ਬਰਾਬਰ ਰੱਖ ਲਓ ਤੇ ਇੱਕ ਗੱਲ ਦਾ ਤੁਲਨਾਤਮਕ ਅਧਿਐਨ ਕਰੋ। ਤੁਸੀਂ ਦੇਖੋਗੇ ਵੀ ਜਿਹੜਾ ਕੋਰਟ ਦਾ ਆਰਡਰ ਹੈਗਾ ਉਹ ਪੰਜਾਬ ਸਰਕਾਰ ਦੇ ਆਰਡਰ ਨਾਲੋਂ ਕਈ ਗੁਣਾ ਬਿਹਤਰ ਹੈ। ਉਹਦੇ ਵਿੱਚ ਸਿਰਫ ਐਡਵਾਈਸ ਜਾਰੀ ਕੀਤੀ ਗਈ ਸੀ, ਇਹਨਾਂ ਨੇ ਲਾਗੂ ਕਰਵਾਇਆ। ਦੂਸਰੀ ਗੱਲ ਜਿਹੜੇ ਪੇਰੈਂਟਸ ਦੇ ਨਾਮ ਤੇ ਕੁਝ ਲੋਕ ਨੁਮਾਇੰਦਗੀ ਕਰਦੇ ਨੇ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਜੋ ਪੇਰੈਂਟਸ ਨੇ ਜਿਹੜੇ ਉਹਨਾਂ ਨੂੰ ਤਕਲੀਫ ਹੈ
ਉਹਨਾਂ ਨੂੰ ਦਰਦ ਹੈ ਇਸ ਗੱਲ ਦਾ, ਪਰੰਤੂ ਕੁਝ ਆਪਦੀਆਂ ਦੁਕਾਨਦਾਰੀਆਂ ਚਮਕਾਉਣ ਲਈ ਲੋਕ ਇਸ ਮਸਲੇ ਨੂੰ ਹੱਲ ਨਹੀਂ ਹੋਣ ਦੇ ਰਹੇ। ਉਹਨਾਂ ਨੇ ਆਪਦਾ ਕੋਈ ਕੈਰੀਅਰ ਬਣਾਉਣਾ, ਕਿਸੇ ਨੇ ਪੋਲੀਟੀਕਲ ਕੈਰੀਅਰ ਬਣਾਉਣਾ, ਕਿਸੇ ਨੇ ਵਕਾਲਤ ਵਿੱਚ ਕੈਰੀਅਰ ਬਣਾਉਣਾ, ਉਹ ਆਪਦੇ ਪੱਧਰ ਤੇ ਹੋਈ ਲੱਖਾਂ ਪੇਰੈਂਟਸ ਨੂੰ ਖੁਦ ਹੀ ਰੀਪ੍ਰਜੈਂਟ ਕਰਦੇ ਤੁਰੇ ਫਿਰੇ ਜਾ ਰਹੇ ਨੇ। ਬਿਲਕੁਲ ਕਰ ਰਹੇ ਨੇ ਜੀ ਬਦਨਾਮ, ਸਾਨੂੰ ਉਹ ਬਦਨਾਮ ਕਰ ਰਹੇ ਨੇ। ਸਾਡਾ ਉਹਨਾਂ ਲਈ ਸਿੱਧਾ ਸਵਾਲ ਸੀਗਾ, ਸਾਡੇ ਸਿੱਖਿਆ ਮੰਤਰੀ ਸਾਹਿਬ ਲਈ ਵੀ, ਜਦੋਂ ਸਾਨੂੰ ਪਿਛਲੇ ਦੌਰ ਦੇ ਵਿੱਚ ਬੁਲਾਇਆ ਗਿਆ ਸੀਗਾ, ਸਾਨੂੰ ਇੱਕ ਸਮਝੌਤੇ ਦੇ ਲਈ ਸਾਡੇ ਨਾਲ ਪੇਰੈਂਟਸ ਐਸੋਸੀਏਸ਼ਨ ਜਾਂ ਉਹਨਾਂ ਦੇ ਨੁਮਾਇੰਦੇ ਬਿਠਾਏ ਗਏ ਸੀ। ਇੱਕ ਪਾਸੇ ਸਰਕਾਰ ਸੀ, ਇੱਕ ਪਾਸੇ ਅਸੀਂ ਸੀਗੇ। ਉਸ ਦੇ ਦੌਰਾਨ ਅਸੀਂ ਕਾਫੀ ਹੱਦ ਤੱਕ ਜੋ ਫੈਸਲਾ ਜਿਹੋ ਜਿਹਾ ਹੁਣ ਆਇਆ ਅਸੀਂ ਢਲ ਗਏ ਸੀ। ਅਸੀਂ ਕਿਹਾ ਸੀ ਅਸੀਂ ਪੇਰੈਂਟਸ ਦੀ ਹੈਲਪ ਕਰਨ ਲਈ ਤਿਆਰ ਹਾਂ, ਪਰੰਤੂ ਜਿਹੜੇ ਸਰਕਾਰ ਨੇ ਖੁਦ ਕੁਛ ਕੰਟਰੀਬਿਊਸ਼ਨ ਨਹੀਂ ਕੀਤਾ। ਜਦੋਂ ਦੋ ਧਿਰਾਂ ਹੋਣ ਤੇ ਤੀਜੀ ਧਿਰ ਵਿੱਚ ਸਾਂਝੀ ਆ ਜੇ ਉਹ ਫੈਸਲਾ ਕਰਾ ਸਕਦੀ ਹੁੰਦੀ ਹੈ, ਪਰੰਤੂ ਜਿਹੜੀ ਸਰਕਾਰ ਇੱਕ ਖੁਦ ਧਿਰ ਸੀਗੀ, ਕਿਉਂਕਿ ਇਸ ਦੇ ਵਿੱਚ ਉਸ ਦੀ ਵੀ ਜ਼ਿੰਮੇਵਾਰੀ ਬਣਦੀ ਸੀ। ਨਾ ਸਰਕਾਰ ਨੇ ਸਾਨੂੰ ਕੋਈ ਰੋਡ ਟੈਕਸ ਛੱਡੇ, ਨਾ ਸਾਡੇ ਬਿਜਲੀ ਦੇ ਕੋਈ ਬਿੱਲ ਮਾਫ ਕੀਤੇ, ਨਾ ਸਾਨੂੰ ਕੋਈ ਵਿੱਤੀ ਸਹਾਇਤਾ ਦਿੱਤੀ। ਅਸੀਂ ਵਾਰ-ਵਾਰ ਤੁਹਾਡੇ ਚੈਨਲਾਂ ਦੇ ਉੱਤੇ ਹਰੇਕ ਦੇ ਉੱਤੇ ਇੱਕੋ ਗੱਲ ਕਹਿੰਦੇ ਆ ਰਹੇ ਸੀ ਵੀ ਅਗਰ 2-3 ਮਹੀਨਿਆਂ ਦੀ ਤਨਖਾਹ ਸਾਡੇ ਅਧਿਆਪਕਾਂ ਦੀ, ਨਾਨ ਟੀਚਿੰਗ ਦੀ, ਡਰਾਈਵਰ ਕੰਡਕਟਰ ਦੀ ਦੇ ਦਿੰਦੀ ਹੈ ਸਰਕਾਰ, ਤਾਂ ਸਾਨੂੰ ਕਿਸੇ ਵੀ ਕਿਸਮ ਦੀ ਕੋਈ ਫੀਸ ਦੀ ਜ਼ਰੂਰਤ ਨਹੀਂ ਹੈ। ਅੱਜ ਵੀ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਵੀ ਉਹ ਅੱਗੇ ਆਵੇ ਪੇਰੈਂਟਸ ਦੀ ਮਦਦ ਲਈ। ਇਹ 2-3 ਮਹੀਨਿਆਂ ਦੀ ਫੀਸ ਜੋ ਮਾਨਯੋਗ ਹਾਈ ਕੋਰਟ ਨੇ ਫੈਸਲਾ ਕੀਤਾ, ਇੰਨੀ ਬਣਦੀ ਫੀਸ ਸਰਕਾਰ ਮਾਤਾ ਪਿਤਾ ਦੇ ਅਕਾਊਂਟ ਵਿੱਚ ਪਾ ਦੇਵੇ ਤਾਂ ਬੜੇ ਸਹਿਜੇ ਤਰੀਕੇ ਨਾਲ ਇਹ ਮਸਲਾ ਹੱਲ ਹੋ ਸਕਦਾ। ਤਾਂ ਅਸੀਂ ਇਹਨਾਂ ਚੀਜ਼ਾਂ ਲਈ ਤਿਆਰ ਹਾਂ, ਪਰੰਤੂ ਸਰਕਾਰ ਸਾਨੂੰ ਐਡਵਾਈਜ਼ਰੀ ਜਾਰੀ ਕਰਦੀ ਹੈ, ਸਾਨੂੰ ਫੋਰਸਫੁਲੀ ਨੋਟਿਸ ਜਾਰੀ ਕਰਦੀ ਹੈ, ਪਰੰਤੂ ਆਪ ਖੁਦ ਕਿਸੇ ਵਿੱਤੀ ਸਹਾਇਤਾ ਲਈ ਨਾ ਸਕੂਲਾਂ ਦੇ ਲਈ ਨਾ ਅਧਿਆਪਕ ਮਾਪਿਆਂ ਦੇ ਲਈ ਅੱਗੇ ਨਹੀਂ ਆ ਰਹੀ। ਸਿੱਖਿਆ ਮੰਤਰੀ ਦਾ ਵਤੀਰਾ ਹੈ ਇਸ ਮਾਮਲੇ 'ਚ ਤੁਹਾਡੇ ਮੁਤਾਬਕ ਠੀਕ ਨਹੀਂ ਰਿਹਾ। ਸਿੱਖਿਆ ਮੰਤਰੀ ਸਾਹਿਬ ਨੇ ਦੇਖੋ ਕੋਸ਼ਿਸ਼ਾਂ ਬਹੁਤ ਕੀਤੀਆਂ ਨੇ ਇਸ ਮਸਲੇ ਨੂੰ ਸੁਲਝਾਉਣ ਵਾਸਤੇ, 2-3 ਵਾਰ ਤੇ ਉਹਨਾਂ ਨੇ ਨਿੱਜੀ ਤੌਰ ਤੇ ਕੋਸ਼ਿਸ਼ਾਂ ਕੀਤੀਆਂ ਨੇ, ਪਰੰਤੂ ਮੈਂ ਫਿਰ ਕਹਾਂਗਾ ਵੀ ਜਿਹੜੇ ਪੇਰੈਂਟਸ ਨੇ ਉਹ ਖੁਦ ਨਾ ਅੱਗੇ ਆ ਕੇ ਕੁਝ ਇਹੋ ਜਿਹੇ ਲੋਕ ਨੁਮਾਇੰਦਗੀਆਂ ਲੈ ਗਏ ਉਹਨਾਂ ਦੇ ਨਾਂ ਤੇ, ਉਹਨਾਂ ਨੇ ਫੈਸਲਾ ਨਹੀਂ ਹੋਣ ਦਿੱਤਾ। ਜਿਵੇਂ ਮੈਂ ਉਦਾਹਰਨ ਵਜੋਂ ਕਹਾਂ, ਉੱਥੇ ਇੱਕ ਐਡਵੋਕੇਟ ਸਾਹਿਬ ਸੀਗੇ ਪੇਰੈਂਟਸ ਵੱਲੋਂ ਆਪਣੇ ਆਪ ਸੈਲਫ ਅਪੁਆਇੰਟ ਹੋਏ, ਉਹਨਾਂ ਨੇ ਉੱਥੇ ਲਕੀਰ ਖਿੱਚ ਦਿੱਤੀ ਵੀ ਜੀ ਅਸੀਂ 6 ਮਹੀਨਿਆਂ ਤੋਂ ਘੱਟ ਨਹੀਂ ਮੰਨਦੇ। ਹਜੇ ਮਹੀਨੇ ਉਦੋਂ ਹੋਏ ਸੀ 2। ਇਹਦਾ ਮਤਲਬ ਕੀ ਸੀ? ਉਹ ਕਹਿੰਦੇ 6 ਮਹੀਨਿਆਂ ਦੀ ਫੀਸ ਸਾਰਾ ਕੁਝ ਛੁਡਾ ਦਿਓ ਤਾਂ ਅਸੀਂ ਸਹਿਮਤ ਹਾਂ, ਨਹੀਂ ਅਸੀਂ ਸਹਿਮਤ ਨਹੀਂ ਹੈਗੇ। ਇਹਦਾ ਮਕਸਦ ਕੀ ਸੀ? ਵੀ ਉਹ ਇਸ ਚੀਜ਼ ਨੂੰ ਹੱਲ ਨਹੀਂ ਹੋਣ ਦੇਣਾ ਚਾਹੁੰਦੇ ਸੀ। ਅੱਜ ਵੀ ਇਹੋ ਜਿਹੇ ਵਿਅਕਤੀ ਵੱਖ-ਵੱਖ ਚੈਨਲਾਂ ਤੇ ਆ ਕੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਵੀ ਅਜੇ ਫੀਸ ਭਰਨ ਦੀ ਲੋੜ ਨਹੀਂ, ਜਦੋਂ ਇੱਕ ਮਾਨਯੋਗ ਹਾਈ ਕੋਰਟ ਦਾ ਫੁੱਲ ਫਲੈਜਡ ਕੰਪਲੀਟ ਫੈਸਲਾ ਆ ਚੁੱਕਿਆ। ਪਹਿਲਾਂ ਇਹੋ ਜਿਹੀ ਹਰਕਤ ਉਹਨਾਂ ਨੇ ਇੰਟਰਮ ਆਰਡਰਾਂ ਵੇਲੇ ਕੀਤੀ ਵੀ ਹਜੇ ਫੀਸ ਭਰਨ ਦੀ ਲੋੜ ਨਹੀਂ, ਹੁਣ ਮਾਨਯੋਗ ਕੋਰਟ ਨੇ ਪੂਰੇ ਆਰਡਰ ਕਰ ਦਿੱਤੇ, ਤਾਂ ਅੱਜ ਫਿਰ ਇਹੋ ਜਿਹੀਆਂ ਗੁੰਮਰਾਹਕੁਨ ਗੱਲਾਂ ਨੇ ਜਿਹੜੀਆਂ ਉਹ ਵੱਖ-ਵੱਖ ਵਿਅਕਤੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੀ। ਅਜੇ ਸਾਨੂੰ ਲੋੜ ਨਹੀਂ ਜੀ ਫੀਸ ਭਰਨ ਦੀ, ਅਜੇ ਅਸੀਂ ਡਬਲ ਬੈਂਚ ਤੇ ਜਾਵਾਂਗੇ, ਫਿਰ ਸੁਪਰੀਮ ਕੋਰਟ ਜਾਵਾਂਗੇ। ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਸਰਕਾਰੀ ਸਕੂਲਾਂ 'ਚ ਇਸ ਪੀਰੀਅਡ ਦੇ ਦੌਰਾਨ ਤਕਰੀਬਨ 2 ਲੱਖ ਵਿਦਿਆਰਥੀਆਂ ਦੇ ਦਾਖਲੇ ਵਧੇ ਨਾ। ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦਾ ਵੀ ਇਹਦੇ ਵਿੱਚ ਇੰਟਰਸਟ ਹੈ ਕਿ ਜਿਹੜੇ ਸਟੂਡੈਂਟਸ ਹੈ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ 'ਚ ਆ ਜਾਣ? ਦੇਖੋ ਜੀ, ਜਿਹੜੇ ਸਾਨੂੰ ਇਸ ਬਾਰੇ ਤਾਂ ਡਾਟਾ ਦੱਸੂਗਾ, ਬਹੁਤ ਗੱਲਾਂ ਨੇ ਇਸ ਦੇ ਵਿੱਚ, ਬੜੀਆਂ ਡੂੰਘੀਆਂ ਗੱਲਾਂ ਨੇ, ਲੇਕਿਨ ਇੱਕ ਗੱਲ ਮੈਂ ਤੁਹਾਨੂੰ ਸਪਸ਼ਟ ਕਰਨੀ ਚਾਹੁੰਦਾ ਵੀ ਜਿਹੜੇ ਲਾਕਡਾਊਨ ਦੇ ਪੀਰੀਅਡ ਦੇ ਦੌਰਾਨ ਸਾਡੇ ਤੇ ਬੰਦਿਸ਼ ਸੀਗੀ, ਅਸੀਂ 2 ਮਹੀਨੇ ਆਪਦੇ ਸਕੂਲਾਂ 'ਚ ਐਂਟਰ ਵੀ ਨਹੀਂ ਹੋ ਸਕੇ। ਸਰਕਾਰੀ ਸਕੂਲਾਂ ਦੇ ਅਧਿਆਪਕ ਡੋਰ ਟੂ ਡੋਰ ਜਾ ਕੇ ਐਡਮਿਸ਼ਨਾਂ ਕਰਦੇ ਰਹੇ ਨੇ। ਸਾਡੇ ਲਈ ਕਿਤਾਬਾਂ ਕਾਪੀਆਂ ਇਸ਼ੂ ਕਰਨਾ ਹਰ ਇੱਕ ਚੀਜ਼ ਦੀ ਬੰਦਿਸ਼ ਸੀਗੀ, ਲੇਕਿਨ ਸਰਕਾਰੀ ਜਿਹੜੇ ਅਧਿਆਪਕਾਂ ਲਈ ਇਹੋ ਜਿਹੀ ਕੋਈ ਬੰਦਿਸ਼ ਨਹੀਂ ਸੀ। ਮੰਨਦੇ ਹਾਂ ਵੀ ਸਰਕਾਰ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਐਨਰੋਲਮੈਂਟ ਵਧਾਉਣਾ ਚਾਹੁੰਦੀ ਹੈ, ਸਾਨੂੰ ਉਸ ਤੋਂ ਕੋਈ ਇਤਰਾਜ਼ ਨਹੀਂ, ਪਰੰਤੂ ਜਿਹੜੇ ਉਸ ਦੇ ਤਰੀਕੇ ਅਪਣਾਏ ਗਏ, ਮੈਂ ਇਹ ਦੋਸ਼ ਨਹੀਂ ਲਾਉਂਦਾ ਵੀ ਉਹ ਤਰੀਕੇ ਨੇ ਜਿਹੜੇ ਸਿੱਖਿਆ ਮੰਤਰੀ ਸਾਹਿਬ ਦੇ ਜਾਂ ਸੈਕਟਰੀ ਸਾਹਿਬ ਦੇ ਨਿਰਦੇਸ਼ਾਂ ਨਾਲ ਹੋਏ ਨੇ। ਹੋ ਸਕਦਾ ਜਾਂ ਆਪਣੇ ਸੀਨੀਅਰਸ ਨੂੰ ਖੁਸ਼ ਕਰਨ ਦੇ ਲਈ ਸਰਕਾਰੀ ਅਧਿਆਪਕਾਂ ਵੱਲੋਂ ਇਹੋ ਜਿਹੀਆਂ ਗਤੀਵਿਧੀਆਂ ਕੀਤੀਆਂ ਗਈਆਂ ਨੇ ਜਿਹੜੀਆਂ ਤੁਸੀਂ ਵੱਖ-ਵੱਖ WhatsApp ਦੇ ਉੱਤੇ ਹੋਰਾਂ 'ਤੇ ਦੇਖੀਆਂ, ਜਿਹੜੀਆਂ ਕਿ ਸਿੱਖਿਆ ਦੇ ਮਿਆਰ ਤੋਂ ਗਿਰ ਕੇ ਸੀਗੀਆਂ। ਤਾਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਫੋਨ ਕਰਕੇ ਤਾਂ ਉਹ ਹੁਣ ਜਿਹੜੇ ਫੈਕਟ ਨੇ, ਜਿਹੜਾ ਤੁਸੀਂ ਕਹਿੰਦੇ ਹੋ ਲੱਖਾਂ ਵਿਦਿਆਰਥੀ ਦਾਖਲ ਹੋ ਚੁੱਕੇ ਨੇ ਸਰਕਾਰੀ ਸਕੂਲਾਂ ਵਿੱਚ, ਇਹ ਤੱਥਾਂ ਦੀ ਪੁਸ਼ਟੀ ਉਦੋਂ ਪਤਾ ਲੱਗੂਗੀ ਜਦੋਂ ਆਪਣਾ ਸਕੂਲ ਖੁੱਲ੍ਹਣਗੇ ਤੇ ਇਹ ਬਹੁਤ ਵਧੀਆ ਆਲੀਸ਼ਾਨ ਬਿਲਡਿੰਗਾਂ ਦੇ ਵਿੱਚੋਂ ਨਿਕਲ ਕੇ ਗਏ ਹੈ ਬੱਚੇ, ਏਸੀ 'ਚੋਂ ਨਿਕਲ ਕੇ ਗਏ ਹੋਏ, ਖੇਡ ਸਹੂਲਤਾਂ 'ਚੋਂ ਨਿਕਲ ਕੇ ਗਏ ਹੈ ਬੱਚੇ, ਵਧੀਆ ਪੜ੍ਹਾਈ ਦੇ ਸਿਸਟਮ 'ਚੋਂ ਨਿਕਲ ਗਏ ਹੈ ਬੱਚੇ, ਉੱਥੇ ਐਡਜਸਟ ਕਰਨ ਪਾਉਣਗੇ। ਸਾਡਾ ਫੈਡਰੇਸ਼ਨ ਦਾ ਮੰਨਣਾ ਵੀ ਨਹੀਂ, ਉਹ 2-4 ਦਿਨਾਂ ਦੇ ਵਿੱਚ ਹੀ ਆਪਦੇ ਮੁੜ ਵਾਪਸੀ ਕਰਨਗੇ ਅਗਰ ਕੋਈ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਨੇ।
ਸਰਕਾਰੀ ਸਕੂਲਾਂ ਵਿੱਚ ਜੋ ਇਨਫਰਾਸਟ੍ਰਕਚਰ ਉਹਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਉਹ ਸਹੂਲਤ ਨਹੀਂ ਹੈਗੀ ਜੋ ਤੁਸੀਂ ਦੇ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਨਹੀਂ ਹੈਗੀਆਂ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਕੋਲ ਸਰਕਾਰੀ ਸਕੂਲਾਂ ਦੇ ਨਾਲੋਂ ਕਈ ਹਜ਼ਾਰ ਗੁਣਾ ਵਧੀਆ ਸਹੂਲਤਾਂ ਹੈਗੀਆਂ ਨੇ। ਇੱਕ ਥੋੜਾ ਜਿਹਾ ਕਲੀਅਰ ਕਰ ਦਿਓ, ਲੋਕਡਾਊਨ ਦੌਰਾਨ ਫੀਸ ਤੇ ਟਰਾਂਸਪੋਰਟ ਦੀ ਕਿੰਨੀ ਛੋਟ ਦੇ ਰਹੇ ਨੇ ਜੀ ਹੁਣ ਕਿੰਨੀ ਦੇ ਰਹੇ ਹੋ? ਪਹਿਲਾਂ ਮੈਂ ਲਾਕਡਾਊਨ ਦੀ ਡੈਫੀਨੇਸ਼ਨ ਵੀ ਕਲੀਅਰ ਕਰ ਦਿਆਂ ਜੀ। ਇੱਥੇ ਲਾਕਡਾਊਨ ਕੋਰਟ ਨੇ ਮੰਨਿਆ 8/6/2020 ਤੱਕ, ਜੂਨ ਦੇ 8 ਤਰੀਕ ਤੱਕ ਲਾਕਡਾਊਨ ਮੰਨਦੀ ਹੈ ਹਾਂਜੀ ਹਾਂਜੀ ਹਾਂਜੀ। ਉਹ ਕਿਉਂ ਮੰਨਦੀ ਹੈ? ਕਿਉਂਕਿ ਉਹ ਮੰਨਦੀ ਹੈ ਕੋਰਟ ਵੀ ਇਸ ਤੋਂ ਬਾਅਦ ਸਾਰੇ ਕਾਰੋਬਾਰ ਲਗਭਗ ਖੁੱਲ੍ਹ ਗਏ ਸੀਗੇ, ਪਰੰਤੂ ਅਸੀਂ ਉਸ ਤੋਂ ਵੱਧ ਕੇ ਕੀ ਕਰ ਰਹੇ ਹਾਂ, ਜਿਹੜੀ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹ ਅਸੀਂ ਪੇਰੈਂਟਸ ਦੀ ਹੈਲਪ ਵਾਸਤੇ ਇਸ ਤੋਂ ਵੱਧ ਕੇ ਕੀ ਕਰ ਰਹੇ ਹਾਂ। ਪਹਿਲੀ ਗੱਲ ਤਾਂ ਅਸੀਂ ਕੋਰਟ ਨੇ ਮਾਨਯੋਗ ਨੇ ਸਾਨੂੰ ਦਿੱਤਾ 100% ਟਿਊਸ਼ਨ ਫੀਸ ਲੈਣ ਦਾ ਅਧਿਕਾਰ, ਉਹ ਅਸੀਂ ਲੈ ਰਹੇ ਹਾਂ 88%। 88% ਕਿਹੜੇ ਸਕੂਲ ਲੈ ਰਹੇ ਹਾਂ? ਜਿਨ੍ਹਾਂ ਦਾ ਵੱਖਰੇ ਤੌਰ ਤੇ ਐਨੂਅਲ ਫੰਡ ਨਹੀਂ ਹੈਗਾ। ਅਸੀਂ ਅਸੀਂ ਆਪਦੇ ਆਪ ਰਿਅਲਾਈਜ਼ ਕੀਤਾ ਵੀ 12% ਸਾਡੇ ਖਰਚੇ ਇਹੋ ਜਿਹੇ ਨੇ ਸਾਡੇ ਜਿਹੜੇ ਬਚ ਸਕਦੇ ਨੇ। ਸਰ ਪਰ ਉਹਦੀ ਇੱਕ ਚੀਜ਼ ਹੋਰ ਕਲੀਅਰ ਕਰ ਦਿਓ, ਸੌਰੀ ਮੈਂ ਵਿੱਚ ਟੋਕ ਰਿਹਾ, ਉਹ ਕਿਵੇਂ ਡਿਫਾਈਨ ਹੋਏਗਾ ਕਿ ਕਿਹੜਾ ਸਕੂਲ ਜਿਹੜਾ ਅਸੀਂ ਫੀਸ ਦੀ ਲਏਗਾ, ਕਿਹੜਾ ਸਕੂਲ 100 ਨਹੀਂ ਦੱਸ ਰਿਹਾ ਜੀ ਮੰਨ ਲਓ ਇੱਕ ਸਕੂਲ ਹੈਗਾ, ਉਸ ਦੀ 1500 ਰੁਪਏ ਟਿਊਸ਼ਨ ਫੀਸ ਹੈ, ਉਹਦਾ 12000 ਰੁਪਏ ਐਨੂਅਲ ਫੰਡ ਆ, ਯਾਨੀ ਕਿ 1000 ਰੁਪਏ ਪ੍ਰਤੀ ਐਨੂਅਲ ਫੰਡ ਵੱਖਰਾ ਹੈਗਾ, ਤਾਂ ਉਹ ਟਿਊਸ਼ਨ ਫੀਸ ਪੂਰੀ ਲਏਗਾ। ਜਿਹਦਾ ਐਨੂਅਲ ਫੰਡ ਵੱਖਰੇ ਤੌਰ ਤੇ ਆ ਉਹ ਐਨੂਅਲ ਫੰਡ ਦਾ 70% ਲਊਗਾ, ਉਹ ਐਨੂਅਲ ਫੰਡ 'ਚੋਂ ਛੱਡੂਗਾ। ਲੇਕਿਨ ਇੱਥੇ ਇੱਕ ਰੌਲਾ ਪੈ ਜਾਣਾ ਸੀਗਾ ਵੀ ਜਿਹੜੇ ਸਕੂਲ ਨੇ ਕਹਿਣ ਲੱਗ ਜਾਣਾ ਸੀ ਬਹੁਤ ਸਾਡਾ ਤਾਂ ਐਨੂਅਲ ਫੰਡ ਹੈ ਹੀ ਨਹੀਂ, ਮੰਥਲੀ ਫੀਸ ਅਸੀਂ ਤਾਂ ਪੂਰੀ ਲਵਾਂਗੇ। ਇਸ ਝਗੜੇ ਨੂੰ ਨਿਪਟਾਉਣ ਵਾਸਤੇ ਫੈਡਰੇਸ਼ਨ ਨੇ ਇਹ ਨਿਰਦੇਸ਼ ਦਿੱਤੇ ਨੇ ਆਪਦੇ ਸਕੂਲਾਂ ਨੂੰ ਵੀ ਜਿਹਦਾ ਭਾਈ ਐਨੂਅਲ ਫੰਡ ਨਹੀਂ ਹੈਗਾ ਉਹ ਆਪਦੇ ਮੰਥਲੀ ਫੀਸ ਦੇ ਵਿੱਚੋਂ ਵੀ ਕੁਛ ਨਾ ਕੁਛ ਖਰਚੇ ਮੰਨੇ ਵੀ ਸਾਡੇ ਇੰਨੇ ਘੱਟ ਹੋ ਰਹੇ ਨੇ, ਉਹ ਖਰਚੇ ਛੱਡੇ ਜਾਣ। ਉਹ 88% ਅਸੀਂ ਲਵਾਂਗੇ, ਜਿਹਦਾ ਐਨੂਅਲ ਫੰਡ ਹੈ ਉਹ ਐਨੂਅਲ ਫੰਡ ਦਾ 70% ਲਊਗਾ ਜੀ। ਤੇ ਟਰਾਂਸਪੋਰਟੇਸ਼ਨ ਜਿਹੜੀ ਹੈਗੀ ਆ ਅਸੀਂ ਕੈਲਕੂਲੇਸ਼ਨ ਕੀਤਾ ਵੀ ਸਾਡਾ ਡੀਜ਼ਲ ਲੱਗਦਾ 30%, 5-10% ਸਾਡੀ ਰਿਪੇਅਰ ਬਚ ਗਈ, ਕੁਛ ਸਾਡੇ ਟੈਕਸਾਂ ਦੇ ਵਿੱਚ ਉਮੀਦ ਆ ਸਾਨੂੰ ਵੀ ਸਰਕਾਰ ਕੁਛ ਛੱਡ ਦੇਵੇ, ਤਾਂ ਅਸੀਂ ਇਸ ਕੈਲਕੂਲੇਸ਼ਨ 'ਚ ਕਰਕੇ 50% ਲੈਣ ਦੇ ਨਾਲ ਸਾਡੇ ਡਰਾਈਵਰ ਕੰਡਕਟਰ ਪੀਐਨਸ ਦੇ ਜਿਹੜੇ ਲੇਡੀ ਕੰਡਕਟਰ ਨੇ ਉਹਨਾਂ ਦੇ ਖਰਚੇ ਪੂਰੇ ਹੋ ਸਕਦੇ ਨੇ। ਔਰ ਇਸ ਦੇ ਨਾਲ ਹੀ ਸਕੂਲਾਂ ਨੇ ਸਾਨੂੰ ਖੁਦ ਕਿਹਾ ਵੀ ਜੇਕਰ ਕਿਸੇ ਦਾ 60% ਸੇਵ ਹੋ ਰਿਹਾ ਤਾਂ ਅਸੀਂ 40% ਲਵਾਂਗੇ, ਜੇ ਕਿਸੇ ਦਾ 70% ਸੇਵ ਹੋ ਰਿਹਾ ਨੇੜੇ ਦੇ ਰੂਟ ਨੇ ਤਾਂ ਅਸੀਂ 30% ਹੀ ਲਵਾਂਗੇ। ਮਤਲਬ ਕੋਈ ਵੀ ਸਕੂਲ ਫੈਡਰੇਸ਼ਨ ਦਾ ਇਸ ਦੌਰ ਦੇ ਵਿੱਚ ਸਰਪਲਸ ਫੰਡ ਪੈਦਾ ਨਹੀਂ ਕਰੂਗਾ। 50% ਟਰਾਂਸਪੋਰਟੇਸ਼ਨ ਫੀਸ ਜੀ। ਤੇ ਸਰ ਜਿਹੜੀ ਸਕੂਲਸ ਦੇ ਵਿੱਚ ਆਨਲਾਈਨ ਪੜ੍ਹਾਈ ਹੋਈ ਨਹੀਂ, ਸਿਰਫ WhatsApp ਤੇ ਹੋਮਵਰਕ ਆਇਆ, ਕਿ ਉਹ ਵੀ ਇਹਦੇ ਵਿੱਚ ਕਾਊਂਟ ਹੋਇਆ? ਦੇਖੋ ਮੈਂ ਇੱਥੇ ਇੱਕ ਕੋਰਟ ਦੇ ਬਹਿਸ ਦੇ ਦੌਰਾਨ ਦੀ ਤੁਹਾਨੂੰ ਗੱਲ ਸੁਣਾਉਣੀ ਚਾਹੁੰਦਾ ਵੀ ਇਹ ਫੈਸਲਾ ਕਿਉਂ ਲਿਆ ਗਿਆ। ਮਾਨਯੋਗ ਕੋਰਟ ਨੇ ਮੰਨਿਆ ਵੀ ਜਿਹੜਾ ਐਜੂਕੇਸ਼ਨ ਆ ਇਹ ਕੋਈ 1-2 ਮਹੀਨੇ ਦਾ ਕੰਟਰੈਕਟ ਨਹੀਂ ਹੈਗਾ, ਇਹ ਲਾਈਫ ਟਾਈਮ ਐਜੂਕੇਸ਼ਨ ਆ। ਬੱਚਾ ਨਰਸਰੀ ਤੋਂ ਦਾਖਲ ਹੁੰਦਾ +2 ਤੱਕ ਚੱਲਦਾ, ਤੇ ਜੇਕਰ ਇਸ ਲੋਕਡਾਊਨ ਦੇ ਦੌਰਾਨ ਹੋਰ ਚੀਜ਼ਾਂ ਇੱਕਦਮ ਬੰਦ ਹੋ ਗਈਆਂ, ਅਗਰ ਕੋਈ ਸਕੂਲ ਪੜ੍ਹਾਉਣ ਤੋਂ ਅਸਮਰਥ ਹੋ ਗਿਆ, ਉਹਦੇ ਕੋਲ ਸਾਧਨ ਨਹੀਂ ਸੀ WhatsApp ਤੇ ਪੜ੍ਹਾ ਰਿਹਾ, ਲੇਕਿਨ 95% ਨੇ ਜਿਹੜੇ ਉਹ ਆਨਲਾਈਨ ਕਲਾਸਾਂ ਲੈ ਰਹੇ ਨੇ, ਤਾਂ ਕੋਰਟ ਦਾ ਮੰਨਣਾ ਇਹ ਸੀਗਾ ਵੀ ਜਦੋਂ ਇਹ ਸਕੂਲ ਖੁੱਲ੍ਹਣ ਕੀ ਪੇਰੈਂਟਸ ਨੂੰ ਆਪਦੇ ਬੱਚਿਆਂ ਦੇ ਲਈ ਤਜਰਬੇਕਾਰ ਟੀਚਰ ਉੱਥੇ ਬਰਕਰਾਰ ਚਾਹੀਦੇ ਨੇ? ਕੀ ਪੇਰੈਂਟਸ ਨੂੰ ਉੱਥੇ ਤਜਰਬੇਕਾਰ ਉਹੀ ਪੁਰਾਣੇ ਐਕਸਪੀਰੀਅੰਸ ਡਰਾਈਵਰ ਚਾਹੀਦੇ ਨੇ? ਅਗਰ ਚਾਹੀਦੇ ਨੇ ਤਾਂ ਪੇਰੈਂਟਸ ਨੂੰ ਥੋੜ੍ਹਾ ਅੱਗੇ ਆਉਣਾ ਚਾਹੀਦਾ ਹੈ, ਉਹਨਾਂ ਦੀਆਂ ਸੈਲਰੀਜ਼ ਦੇ ਲਈ ਘੱਟੋ ਘੱਟ ਉਨੇ ਕੁ ਪੈਸੇ ਦੇ ਦੇਣੇ ਚਾਹੀਦੇ ਨੇ। ਇਸ ਲਈ ਕੋਰਟ ਨੇ ਇਹ ਪੋਜ਼ਿਟਿਵ ਰੁਖ ਅਪਣਾਉਂਦੇ ਹੋਏ ਵੀ ਜਿਹੜੇ ਇਹ ਇੰਸਟੀਚਿਊਸ਼ਨ ਨੇ ਇਹ ਸਿੰਗਲ ਪੈਨੀ ਨਹੀਂ ਲੈਂਦੇ ਕਿਸੇ ਤੋਂ, ਇਹ ਸੈਲਫ ਫਾਈਨਾਂਸਡ ਇੰਸਟੀਚਿਊਸ਼ਨਸ ਨੇ, ਇਹ ਉਲਟਾ ਟੈਕਸ ਦਿੰਦੇ ਨੇ ਸਰਕਾਰ ਨੂੰ, ਤਾਂ ਕੋਰਟ ਨੇ ਇਹ ਗੱਲ ਨੂੰ ਮੰਨਦੇ ਹੋਏ ਇਹ ਫੈਸਲੇ ਦੇ ਜਿਹੜਾ ਹੱਕ ਦੇ ਵਿੱਚ ਆਏ ਨੇ। ਲਾਕਡਾਊਨ ਦੇ ਦੌਰਾਨ ਜਿੰਨਾ ਲਾਕਡਾਊਨ ਪੀਰੀਅਡ ਹੈ ਜੀ, ਇਸ ਦੇ ਦੌਰਾਨ ਜਿਹੜੀ 70% ਐਨੂਅਲ ਫੰਡ ਲਏ ਜਾਣਗੇ ਜੀ, 88% ਟਿਊਸ਼ਨ ਫੀਸ ਲਈ ਜਾਊਗੀ, 50% ਟਰਾਂਸਪੋਰਟੇਸ਼ਨ ਫੀਸ ਲਈ ਜਾਊਗੀ। ਟਰਾਂਸਪੋਰਟੇਸ਼ਨ 50 ਤੋਂ ਘੱਟਦੇ ਹੋਏ 30 ਤੱਕ ਵੀ ਆ ਸਕਦੀ ਹੈ, ਉਹ ਡਿਪੈਂਡ ਕਰਦਾ ਵੀ ਕਿੰਨਾ ਖਰਚੇ ਉਸ ਦੇ ਜਿਹੜੇ ਸੇਵ ਹੋਏ ਨੇ। ਇਸ ਤੋਂ ਇਲਾਵਾ ਅਸੀਂ ਸਾਰੇ ਪੇਰੈਂਟਸ ਨੂੰ 10 ਜੁਲਾਈ ਤੱਕ ਐਪਲੀਕੇਸ਼ਨਾਂ ਮੰਗੀਆਂ ਨੇ, ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ। ਜਿਹੜੇ ਪੇਰੈਂਟਸ ਦਾ ਕੋਈ ਆਮਦਨ ਪ੍ਰਭਾਵਿਤ ਹੋਈ ਆ ਬੁਰੀ ਤਰ੍ਹਾਂ ਪਹਿਲੇ 2 ਮਹੀਨਿਆਂ ਦੀ, ਉਹ
ਜਿਹੜਾ ਹੈਗਾ ਆਪਣੇ ਸੰਬੰਧਿਤ ਪ੍ਰਿੰਸੀਪਲ ਨੂੰ ਤੱਥਾਂ ਦੇ ਆਧਾਰਿਤ, ਤੱਥਾਂ ਦਾ ਮਤਲਬ ਅਸੀਂ ਇਹ ਨਹੀਂ ਹੈਗਾ ਵੀ ਅਸੀਂ ਉਹਨਾਂ ਦੇ ਬੈਲੈਂਸ ਸ਼ੀਟਾਂ ਚੈੱਕ ਕਰਨੀਆਂ ਨੇ, ਤੱਥਾਂ ਦਾ ਆਧਾਰਿਤ ਸਾਡੇ ਨਾਲ ਪੇਰੈਂਟਸ ਜੁੜੇ ਹੋਏ ਨੇ, ਸਾਨੂੰ ਪਤਾ ਉਹਨਾਂ ਦੇ ਕਿਹੋ ਜਿਹੇ ਕਾਰੋਬਾਰ ਨੇ। ਅਗਰ ਕੋਈ ਇਹੋ ਜਿਹਾ ਮਜ਼ਦੂਰ ਭਾਈ ਹੈਗਾ ਜਾਂ ਕੋਈ ਉਹਦਾ ਕੰਮ ਸਾਨੂੰ ਪਤਾ ਵੀ ਅਫੈਕਟਡ ਹੋ ਗਿਆ, ਕੋਈ ਰਾਜਗਰੀ ਮਿਸਤਰੀ ਸੀਗਾ ਉਸ ਦਾ ਕੰਮ ਅਫੈਕਟਡ ਹੋ ਗਿਆ, ਉਹ ਸਾਨੂੰ ਅਰਜ਼ੀ ਦੇਵੇ, ਅਸੀਂ ਉਹਨੂੰ ਢੁਕਵਾਂ ਹੱਲ ਕੱਢ ਕੇ ਦੇਵਾਂਗੇ ਵੀ ਉਸ ਨੂੰ ਡੈਫਰ ਕਰ ਸਕਦੇ ਹਾਂ ਅਸੀਂ ਉਸ ਫੀਸ ਨੂੰ, ਵੀ ਅਸੀਂ ਬਾਅਦ 'ਚ ਵੰਡ ਕੇ ਲੈ ਲਵਾਂਗੇ, ਘੱਟ ਕਰ ਸਕਦੇ ਹਾਂ, ਅਲੱਗ-ਅਲੱਗ ਸਹੂਲਤਾਂ ਦੇ ਸਕਦੇ ਹਾਂ। ਉਹਦੇ ਲਈ ਪੇਰੈਂਟਸ ਨੂੰ ਅਸੀਂ ਵੈਲਕਮ ਕਰਦੇ ਹਾਂ ਵੀ 10 ਜੁਲਾਈ ਤੱਕ ਇਹੋ ਜਿਹੇ ਪੇਰੈਂਟਸ, ਲੇਕਿਨ ਇਹ ਪੇਰੈਂਟਸ ਦੇ ਲਈ ਲੋਕਡਾਊਨ ਦਾ ਮਤਲਬ ਹੋਊਗਾ 8/6 ਤੱਕ ਦਾ। ਤੇ ਜਿਹੜੀ ਹੁਣ ਵੱਡੀ ਅਨਾਉਂਸਮੈਂਟ ਇਹ ਆ ਵੀ ਸਾਨੂੰ ਕੋਰਟ ਨੇ ਆਰਡਰ ਕੀਤੇ ਨੇ ਛੋਟ, ਇਸ ਛੋਟ ਦੇ ਉਹ ਹੈਗੇ ਨੇ 8/6 ਤੱਕ, ਪਰੰਤੂ ਫੈਡਰੇਸ਼ਨ ਨੇ ਫੈਸਲਾ ਲਿਆ ਵੀ ਜਿਹੜੀਆਂ ਆਹ ਮੈਂ ਤੁਹਾਨੂੰ ਦੱਸਿਆ ਵੀ ਕਿੰਨੇ ਚਾਰਜ ਲਵਾਂਗੇ, ਇਹ ਅਸੀਂ ਉਦੋਂ ਤੱਕ ਇੰਨੇ ਨਹੀਂ ਲੈਂਦੇ ਰਹਾਂਗੇ ਜਦੋਂ ਤੱਕ ਸਕੂਲ ਫਿਜ਼ੀਕਲੀ ਓਪਨ ਨਹੀਂ ਹੋ ਜਾਂਦੇ। ਜਦੋਂ ਤੱਕ ਫਿਜ਼ੀਕਲ ਓਪਨ ਨਹੀਂ ਹੁੰਦੇ ਉਦੋਂ ਤੱਕ ਸਾਡੀ ਇਹ ਪਰਸੈਂਟੇਜ ਜਿਹੜੀ ਹੈਗੀ ਹੈ ਉਹ ਜਾਰੀ ਰਹੂ। ਇੱਕ ਆਈਡੀਅਲ ਬੈਲੈਂਸ ਸ਼ੀਟ ਸਿਧਾਂਤ ਦਾ ਜ਼ਿਕਰ ਹੋਇਆ ਸੀਗਾ ਕਿ ਉਹ ਤੁਸੀਂ ਉਹ ਦਿਖਾ ਦਿੱਤੀ ਹੈਗੀ ਜਾਂ ਜਿਵੇਂ ਸਾਡੀਆਂ ਬੈਲੈਂਸ ਸ਼ੀਟਾਂ ਦਾ ਨਹੀਂ, ਸਾਡੀਆਂ ਨਹੀਂ ਮੰਗੀਆਂ ਹੈਗੀਆਂ ਕੋਰਟ ਨੇ ਕਿਉਂਕਿ ਸਾਡੀਆਂ ਤਾਂ ਆਲਰੇਡੀ ਪਬਲਿਕ ਡੋਮੇਨ 'ਚ ਹੁੰਦੀਆਂ ਨੇ, CBSE ਕੋਲ, ਪੰਜਾਬ ਬੋਰਡ ਕੋਲ, DEOs ਕੋਲ, ਵੱਖ-ਵੱਖ ਥਾਵਾਂ ਸਾਡੀਆਂ ਆਲਰੇਡੀ ਹੁੰਦੀਆਂ ਨੇ। ਲੇਕਿਨ ਕੋਈ ਪਰਸਨਲ ਸਾਡੇ ਤੋਂ ਇਕੱਲਾ ਨਹੀਂ ਡਿਮਾਂਡ ਕਰਦਾ, ਪੇਰੈਂਟਸ ਕਹੇ ਸਾਡੇ ਤੋਂ ਡਿਮਾਂਡ ਕਰੋ, ਥਰੂ ਆਪਦਾ ਲੈ ਸਕਦਾ। ਲੇਕਿਨ ਪੇਰੈਂਟਸ ਦੀ ਗੱਲ ਚੱਲੀ ਸੀ ਵੀ ਪੇਰੈਂਟਸ ਵੀ, ਕਿਉਂਕਿ ਕੋਰਟ ਦੇ ਧਿਆਨ ਦੇ ਵਿੱਚ ਆਇਆ ਵੀ ਇਹੋ ਜਿਹੇ ਲੋਕਾਂ ਨੇ ਵੀ ਫੀਸਾਂ ਨਹੀਂ ਭਰੀਆਂ ਜਿਨ੍ਹਾਂ ਦਾ ਕਾਰੋਬਾਰ ਬਿਲਕੁਲ ਅਫੈਕਟਡ ਨਹੀਂ ਹੋਇਆ। ਜਿਹੜੇ ਸਰਕਾਰੀ ਮੁਲਾਜ਼ਮ ਸੀਗੇ, ਮਾਤਾ ਪਿਤਾ ਸਰਕਾਰੀ ਟੀਚਰ ਲੱਗੇ ਹੋਏ ਸੀ, ਪੁਲਿਸ ਦੇ ਵਿੱਚ ਲੱਗੇ ਹੋਏ ਸੀ, ਹੋਰ ਮਹਿਕਮਿਆਂ 'ਚ ਲੱਗੇ ਹੋਏ ਸੀ, ਵੀ ਉਹਨਾਂ ਨੇ ਕਿਉਂ ਨਹੀਂ ਫੀਸਾਂ ਭਰੀਆਂ? ਜਾਂ ਹੋਰ ਇਹੋ ਜਿਹੇ ਕਾਰੋਬਾਰ ਸੀਗੇ ਜਿਨ੍ਹਾਂ ਦੀ ਆਮਦਨ ਪ੍ਰਭਾਵਿਤ ਨਹੀਂ ਹੋਈ, ਉਹਨਾਂ ਨੇ ਫੀਸਾਂ ਕਿਉਂ ਨਹੀਂ ਭਰੀਆਂ? ਤਾਂ ਇਸ ਗੱਲ ਨੂੰ ਵੀ ਨੋਟਿਸ ਲਿਆ ਗਿਆ। ਉੱਥੇ ਕੋਰਟ ਦਾ ਪੁੱਛਣਾ ਇਹ ਸੀਗਾ ਵੀ ਕਿਉਂ ਨਾ ਇਕੱਲੇ ਸਕੂਲਾਂ ਤੋਂ ਕਿਉਂ ਨਾ ਪੁੱਛੀਏ ਅਸੀਂ, ਨਾਲ ਅਸੀਂ ਪੇਰੈਂਟਸ ਨੂੰ ਕਿਉਂ ਨਾ ਪੁੱਛੀਏ ਵੀ ਉਹਨਾਂ ਦੇ ਆਮਦਨ ਦੇ ਕੀ ਸਬੂਤ ਨੇ ਵੀ ਪ੍ਰਭਾਵਿਤ ਹੋਈ ਆ, ਇਕੱਲੇ ਅਸੀਂ ਸਕੂਲਾਂ ਨੂੰ ਕਿਉਂ ਪੁੱਛੀਏ ਵੀ ਆਪਦੇ ਬੈਲੈਂਸ ਸ਼ੀਟਾਂ ਦਿਖਾਓ। ਸੋ ਇਸ ਲਈ ਅਸੀਂ ਇਹ ਗੱਲਾਂ ਦੇ ਨਹੀਂ ਜਾਂਦੇ, ਅਸੀਂ ਤਾਂ ਵੈਲਕਮ ਕਰਦੇ ਹਾਂ ਵੀ ਅਸਲ ਵਿੱਚ ਕੋਈ ਪੇਰੈਂਟਸ ਪ੍ਰਭਾਵਿਤ ਹੋਏ ਨੇ ਉਹ ਸਾਡੇ ਕੋਲ ਆਉਣ, ਅਸੀਂ ਉਹਨਾਂ ਦਾ ਯੋਗ ਢੁਕਵਾਂ ਹੱਲ ਕਰਾਂਗੇ। ਸਰਕਾਰ ਜਾ ਰਹੀ ਤਿਆਰੀ ਕਰ ਰਹੇ ਤੁਸੀਂ ਸਰ ਸਾਡੇ ਹੀ ਤਾਂ ਜੋ ਫੈਕਟ ਹੁਣ ਜਿਵੇਂ ਟਾਈਮ ਬੀਤਦਾ ਜਾ ਰਿਹਾ, ਫੈਕਟ ਲੋਕਾਂ ਦੇ ਸਾਹਮਣੇ ਆ ਰਹੇ ਨੇ, ਕਿਉਂਕਿ ਹੁਣ ਤਾਂ ਉਹ ਗੱਲ ਵੀ ਖਤਮ ਹੋ ਗਈ ਜਦੋਂ ਕਿਹਾ ਜਾਂਦਾ ਸੀਗਾ ਵੀ ਕੀ ਸਕੂਲ ਦੇ ਕੋਲ 1 ਮਹੀਨੇ ਦੀ ਫੀਸ ਦੇਣ ਦੇ ਵੀ ਪੈਸੇ ਨਹੀਂ ਹੈਗੇ, ਤਨਖਾਹ ਦੇਣ ਦੇ। ਹੁਣ ਅੱਜ ਚੌਥਾ ਮਹੀਨਾ ਸਟਾਰਟ ਹੋ ਗਿਆ ਤੇ ਪੰਜਾਬ ਦੇ ਵਿੱਚ 5-7% ਫੀਸ ਜਿਹੜੀ ਹੈਗੀ ਆ ਟੋਟਲ ਆਈ ਹੈ ਐਵਰੇਜ, ਪਰੰਤੂ ਆ ਮਾਨਯੋਗ ਹਾਈ ਕੋਰਟ ਦੇ ਫੈਸਲੇ ਦੇ ਨਾਲ ਲੋਕਾਂ ਨੂੰ, ਪੇਰੈਂਟਸ ਨੂੰ ਸਮਝ ਆ ਗਈ ਵੀ ਇਸ ਗੱਲ 'ਚ ਕੋਈ ਫਾਇਦਾ ਨਹੀਂ ਹੈ। ਇਹ ਹੋਰ ਇਹ ਲੋਕ ਨੇ ਜਿਹੜੇ ਸਾਨੂੰ ਗੁੰਮਰਾਹ ਕਰੀ ਤੁਰੇ ਫਿਰੇ ਜਾਂਦੇ ਨੇ, ਇਹਨਾਂ ਤੋਂ ਬਾਹਰ ਆ ਕੇ ਤੇ ਹੁਣ ਪੇਰੈਂਟਸ ਦਾ ਆਵਾਜਾਈ ਜਿਹੜੀ ਸਕੂਲਾਂ ਦੇ ਵਿੱਚ ਸਟਾਰਟ ਹੋ ਚੁੱਕੀ ਹੈ। ਜਗਜੀਤ ਜੀ, ਤੁਸੀਂ ਕਿਹਾ 4 ਮਹੀਨੇ ਹੋ ਗਏ ਨਾ ਸਕੂਲ ਬੰਦ ਹੋਏ ਨੂੰ, ਜਿਹੜੀ ਫੀਸਿਸ ਤੁਸੀਂ 80% ਜਾਂ ਕਿਹੜੇ ਲੈਣੇ ਚਾਰजेस ਕੋਈ ਇਕੱਠੇ ਲਓਗੇ ਜਾਂ ਉਹਦੇ ਵੀ ਮਹੀਨਾ ਉਹ 'ਚ ਕੋਰਟ ਨੇ 2 ਤਰ੍ਹਾਂ ਦੀ ਪ੍ਰੋਵੀਜ਼ਨ ਦਿੱਤੀ ਹੈ ਜੀ, ਮੰਥਲੀ ਤੇ ਕੁਆਟਰਲੀ। ਮੰਥਲੀ ਤੇ ਕੁਆਟਰਲੀ ਦੇਖੋ ਅਪ੍ਰੈਲ ਤੇ ਮਈ ਦੀ ਤਾਂ ਸਾਡੀ ਡਿਊ ਹੋ ਹੀ ਚੁੱਕੀ ਹੈ, ਜੂਨ ਦੀ ਵੀ ਡਿਊ ਹੋ ਚੁੱਕੀ ਹੈ, ਪਰ ਇਹ ਫਲੈਕਸੀਬਿਲਿਟੀ ਅਸੀਂ ਇੰਟਰਨਲ ਤੌਰ ਤੇ ਪੈਦਾ ਕਰ ਲਈ। ਜੇ ਸਾਡੇ ਮੇਰੇ ਕੋਲ ਕੋਈ ਚੱਲ ਕੇ ਪੇਰੈਂਟਸ ਆਉਂਦਾ ਜੀ ਹਜੇ ਮੈਥੋਂ 1 ਮਹੀਨੇ ਦੀ ਭਰਾ ਲਓ, 2 ਮਹੀਨੇ ਦੀ ਭਰਾ ਲਓ, ਇਹ ਇੰਟਰਨਲ ਅਸੀਂ ਸਕੂਲਾਂ ਨੂੰ ਨਿਰਦੇਸ਼ ਦੇ ਦਿੱਤੇ ਨੇ ਜੀ। ਦੇਖੋ ਬੱਚੇ ਆਨਲਾਈਨ ਪੜ੍ਹਾ ਰਹੇ ਨੇ, ਤੁਸੀਂ ਉਹ ਗੱਲਾਂ ਕੀਤੀਆਂ, ਮੇਰੇ ਖਿਆਲ 50% ਬੱਚੇ ਐਸੇ ਨੇ ਜਿਨ੍ਹਾਂ ਨੂੰ ਫੀਸ ਲੈਣ ਤੋਂ ਬਗੈਰ ਤੁਸੀਂ ਉਹਨੂੰ ਇੱਕ ਲਿੰਕ ਨਹੀਂ ਭੇਜਦੇ। ਦੇਖੋ ਜਿਹੜੀ ਸਵਾਲ ਤੁਸੀਂ ਪੁੱਛਿਆ ਮੈਂ ਇਸ ਪ੍ਰੈਸ ਕਾਨਫਰੰਸ 'ਚ ਕਲੀਅਰ ਕਰ ਰਿਹਾ, ਇਹੋ ਜਿਹਾ ਕੋਈ ਸਕੂਲ ਜਿਹੜੇ ਨੇ ਪਿਛਲੇ ਦੌਰ ਦੇ ਵਿੱਚ ਜਾਂ ਹੁਣ ਦੇਖੋ ਡਾਇਰੈਕਟ ਨਿਰਦੇਸ਼ ਨੇ ਐਸਾ ਕੋਈ ਕਰਦਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਊਗੀ। ਫੈਡਰੇਸ਼ਨ ਇਹੋ ਜਿਹੇ ਮੈਂਬਰ ਦੇ ਨਾਲ ਨਹੀਂ ਹੈਗੀ ਤੇ ਨਾ ਹੀ ਇਹੋ ਜਿਹੇ ਕੋਈ ਸਕੂਲ ਫੈਡਰੇਸ਼ਨ ਦੇ ਮੌਜੂਦਾ ਮੈਂਬਰ ਹੈਗੇ ਨੇ ਵੀ ਜਿਹੜੇ ਕਹਿਣ ਜੀ ਵੀ ਸਾਡੀ ਫੀਸ ਨਹੀਂ ਭਰੀ ਤਾਂ ਲਿੰਕ ਨਹੀਂ ਭੇਜਿਆ। ਕਿਉਂਕਿ ਦੇਖੋ ਇੱਕ ਮੇਰੀ ਬੇਨਤੀ ਹੈ ਵੀ ਅਗਰ 9000 ਸਕੂਲ ਨੇ, 9000 ਸਕੂਲਾਂ ਦੇ ਵਿੱਚੋਂ 2 ਸਕੂਲਾਂ ਨੇ ਮੈਸੇਜ ਭੇਜ ਦਿੱਤਾ, ਉਹਨਾਂ ਨੂੰ ਹਰ ਕੋਈ, ਉਹਨੂੰ ਸਿੱਖਿਆ ਮੰਤਰੀ ਸਾਹਿਬ ਵੀ ਦਿਖਾਈ ਜਾਂਦੇ ਨੇ, ਉਹਨੂੰ ਹਰ ਕੋਈ ਦਿਖਾਈ ਜਾਂਦਾ, ਆਹ ਦੇਖੋ ਜੀ ਫਲਾਣੇ ਸਕੂਲ ਨੇ ਇੰਨਾ ਭੇਜ ਦਿੱਤਾ। ਮੈਂ ਕਹਿ ਰਿਹਾ ਵੀ ਜਿਹੜੇ ਬਾਕੀ ਸਕੂਲ ਨੇ ਇੰਨੇ ਹਜ਼ਾਰ ਜਿਨ੍ਹਾਂ ਨੇ ਨਹੀਂ ਭੇਜਿਆ ਉਹਨਾਂ ਦੀ ਗੱਲ ਕਰੋ। ਉਹ ਜਿਹੜੇ ਨੇ ਹੁਣ ਤੱਕ ਕੋਈ ਪੈਸਾ ਲੈ ਪੜ੍ਹਾਇਆ, ਉਹ ਆ ਜਿੰਨੇ ਖੜੇ ਹਾਂ ਅਸੀਂ, ਸਾਡੇ ਵਿੱਚੋਂ ਸਾਰੇ ਹੁਣ ਤੱਕ 3 ਮਹੀਨੇ ਹੋ ਗਏ ਕਿਸੇ ਦਾ ਅਸੀਂ ਨਾਂ ਨਹੀਂ ਕੱਟਿਆ। ਆਨਲਾਈਨ ਪੜ੍ਹਾਈ ਐਜੂਕੇਸ਼ਨ ਹੋ ਰਹੀ ਹੈ, ਤਾਂ ਇਹ ਬੰਦਿਆਂ ਦੀ ਗੱਲ ਨਹੀਂ ਕੀਤੀ ਜਾ ਰਹੀ, ਸਿਰਫ 21-22 ਐਗਜ਼ਾਮਪਲਸ ਦੀ ਗੱਲ ਕੀਤੀ ਜਾ ਰਹੀ ਹੈ। ਉੱਥੇ ਫਿਰ ਮੇਰਾ ਕਹਿਣਾ ਇਹ ਆ ਵੀ ਅਗਰ ਕੋਈ ਇਹੋ ਜਿਹੀ ਮਾਲ ਪ੍ਰੈਕਟਿਸ ਕਰਨ ਵਾਲੇ ਸਕੂਲ ਨੇ ਤਾਂ ਫੈਡਰੇਸ਼ਨ ਨਾਲ ਨਹੀਂ ਖੜੀ, ਸਰਕਾਰ ਨੂੰ ਉਹਨਾਂ 'ਤੇ ਗੰਭੀਰ ਨੋਟਿਸ ਲੈਣਾ ਚਾਹੀਦਾ, ਕੋਰਟ ਨੂੰ ਉਹਨਾਂ 'ਤੇ ਗੰਭੀਰ ਨੋਟਿਸ ਲੈਣਾ ਚਾਹੀਦਾ।
ਸੋ ਅਸੀਂ ਉਹਨਾਂ ਦੇ ਨਾਲ ਨਹੀਂ ਹੈਗੇ ਜੀ। ਇਹ ਟੋਟਲ 9000 ਸਕੂਲ ਹੈ ਜੀ ਪੰਜਾਬ ਦੇ ਵਿੱਚ ਸਟੂਡੈਂਟ ਕਿੰਨੇ ਤੇ ਸਟਾਫ ਕਿੰਨਾ? ਅਸੀਂ ਦੇਖੋ ਸਟੂਡੈਂਟਸ ਦੀ ਕੈਲਕੂਲੇਸ਼ਨ ਜੇ ਅਸੀਂ ਲਾਈਏ, ਸੈਣੀ ਸਾਹਿਬ ਬਿਹਤਰ ਦੱਸਣਗੇ ਜੀ। ਸੈਣੀ ਸਾਹਿਬ ਅੰਦਾਜ਼ਾ 25 ਕੁ ਲੱਖ ਦੇ ਕਰੀਬ ਮੇਰੇ ਖਿਆਲ 'ਚ 36 ਕੁ ਲੱਖ ਦੇ ਕਰੀਬ ਜੀ, ਮਤਲਬ ਬੱਚੇ ਸਾਡੇ ਸਕੂਲਾਂ 'ਚ ਪੜ੍ਹਦੇ ਨੇ ਜੀ। 5 ਲੱਖ ਪਰਿਵਾਰ ਸਾਡੇ ਨਾਲ ਡਾਇਰੈਕਟ ਟੀਚਿੰਗ ਨਾਨ ਟੀਚਿੰਗ ਦੇ ਤੌਰ ਤੇ ਜੁੜਿਆ ਹੋਇਆ ਜੀ। 5 ਲੱਖ ਪਰਿਵਾਰ ਨੇ। ਅਸੀਂ ਇੱਕ ਵਿਅਕਤੀ ਨਹੀਂ ਮੰਨਦੇ, ਅਸੀਂ ਇੱਕ ਵਿਅਕਤੀ ਸਾਡੇ ਕੋਲ ਜਾਊਗਾ 5 ਲੱਖ ਪਰਿਵਾਰ ਦਾ ਮਸਲਾ ਜੀ। ਸਭ ਤੋਂ ਵੱਡੀ ਐਮਪਲੋਇਮੈਂਟ ਹੈ ਜੀ ਇਹ ਪੰਜਾਬ ਦੀ। ਸਟਾਫ ਕਿੰਨਾ ਇੰਪਲਾਈ ਕਿੰਨੇ ਨੇ? 5 ਲੱਖ ਜੀ, 5 ਲੱਖ ਟੀਚਿੰਗ ਨਾਨ ਟੀਚਿੰਗ ਡਰਾਈਵਰ ਕੰਡਕਟਰ ਸਾਰੇ ਮਿਲਾ ਕੇ। ਸਭ ਤੋਂ ਵੱਡੀ ਐਮਪਲੋਇਮੈਂਟ ਹੈ ਪੰਜਾਬ ਦੀ। ਸਭ ਤੋਂ ਵੱਡੇ ਇੰਪਲਾਇਰ ਹਾਂ ਜੀ ਅਸੀਂ। ਦੇਖੋ ਪੰਜਾਬ ਦੇ ਇਸ ਟਾਈਮ ਇੰਜੀਨੀਅਰਿੰਗ ਵਾਲੇ ਬੱਚਿਆਂ ਵਾਸਤੇ ਕੋਈ ਸਪੇਸ ਨਹੀਂ ਹੈਗੀ ਇੱਥੇ, ਕੋਈ ਇੰਡਸਟਰੀ ਨਹੀਂ ਹੈਗੀ, ਕੁਝ ਨਹੀਂ ਹੈਗਾ। ਤੇ ਅੱਜ ਪੜ੍ਹੇ ਲਿਖੇ ਲੜਕੇ ਲੜਕੀਆਂ ਨੇ, ਜਦ ਤੱਕ ਉਹਨਾਂ ਨੂੰ ਕੋਈ ਉਸ ਤਰ੍ਹਾਂ ਦਾ ਸਿਸਟਮ ਨਹੀਂ ਮਿਲਦਾ ਤਾਂ ਉਹ ਸਾਡੇ ਕੋਲ ਜੌਬ ਕਰ ਰਹੇ ਨੇ। ਔਰ ਬਹੁਤ ਅੱਛੇ ਸਕੂਲ ਨੇ ਜਿਹੜੇ ਗਵਰਨਮੈਂਟ ਨਾਲੋਂ ਵੱਧ ਕੇ ਵੀ ਸਕੇਲ ਦੇ ਰਹੇ ਨੇ। ਕੁਝ ਆਪਦੇ ਫੀਸ ਸਟਰਕਚਰ ਮੁਤਾਬਕ ਆ, ਕੁਝ ਨਾਰਮਲ ਨੇ, ਕੁਝ ਬਹੁਤ ਵਧੀਆ ਨੇ ਜੀ। ਇਹ ਤਾਂ ਅਸੀਂ ਡਿਫੈਂਡ ਕਰਾਂਗੇ, ਬਿਲਕੁਲ ਕਰਾਂਗੇ ਜੀ, ਕਰਨਾ ਹੀ ਪੈਣਾ। ਤੇ ਇੱਥੇ ਮੈਂ ਦੱਸ ਦਿਆਂ ਵੀ ਸਰਕਾਰ ਜਿਹੜੀ ਹੈਗੀ ਆ ਵੀ ਇਹ ਕੰਮ ਕਿਉਂ ਹੋਇਆ। ਸਰਕਾਰ ਕਹਿੰਦੀ ਸੀਗੀ ਵੀ ਜਿਹੜਾ ਇਹਨਾਂ ਤੇ ਅਸੀਂ ਇਹ ਲਗਾਇਆ ਫੀਸਾਂ ਘਟਾਈਆਂ ਨੇ ਸਾਡੇ ਅਧਿਕਾਰ ਦੇ ਵਿੱਚ ਹੈ, ਪਰੰਤੂ ਪੰਜਾਬ ਦੇ ਵਿੱਚ ਫੀਸ ਰੈਗੂਲੇਟਰੀ ਐਕਟ ਬਣਿਆ ਹੋਇਆ ਜਿਹਦੇ ਵਿੱਚ ਜਿਹੜੀਆਂ ਅਨਏਡਡ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਆਪਦੀ ਫੀਸ ਖੁਦ ਫਿਕਸ ਕਰਨ ਦਾ ਅਧਿਕਾਰ ਹੈ। ਉਸ ਤੋਂ ਬਾਅਦ ਇਹ ਸਾਡੇ ਤੇ ਰੈਗੂਲੇਟ ਕਰਦੇ ਨੇ ਵੀ 8% ਤੋਂ ਵੱਧ ਵਧਾ ਨਹੀਂ ਸਕਦੇ, ਉਹ ਅਸੀਂ ਨਹੀਂ ਵਧਾਉਂਦੇ। ਅਤੇ ਡਿਜ਼ਾਸਟਰ ਮੈਨੇਜਮੈਂਟ ਦੇ ਐਕਟ ਦੇ ਅੰਡਰ ਕਹਿ ਰਹੇ ਸੀ, ਉਹ ਅਸੀਂ ਨਹੀਂ ਆਉਂਦੇ ਸਿੱਧੇ ਤੌਰ ਤੇ। ਸਰਕਾਰ ਨੂੰ ਡਿਜ਼ਾਸਟਰ ਮੈਨੇਜਮੈਂਟ ਐਕਟ ਨੂੰ ਲਾਗੂ ਕਰਨ ਲਈ ਆਪ ਕੁਝ ਸਹੂਲਤਾਂ ਦੇਣੀਆਂ ਪੈਂਦੀਆਂ ਹੁੰਦੀਆਂ ਨੇ, ਉਹਨੂੰ ਕਾਊਂਟਰ ਕਰਨਾ ਪੈਂਦਾ ਹੁੰਦਾ। ਸੋ ਇਹਨਾਂ ਪਲੇਟਫਾਰਮ ਦੇ ਉੱਤੇ ਕਿਤੇ ਨਾ ਕਿਤੇ ਕਮੀ ਰਹੀ ਹੈ ਸਰਕਾਰ ਵੱਲੋਂ ਵੀ, ਤਾਂ ਜਿਸ ਦੇ ਕਰਕੇ ਜਿਹੜਾ ਇਹ ਡਿਸੀਜਨ ਹੈ ਇਹ ਕੋਈ ਇਮੋਸ਼ਨਲ ਡਿਸੀਜਨ ਨਹੀਂ ਹੈ, ਬੜਾ ਬੈਲੈਂਸਡ ਡਿਸੀਜਨ ਆ। ਔਰ ਇਸ ਨੂੰ ਅਗਰ ਸਹੀ ਅਰਥਾਂ ਵਿੱਚ ਦੇਖਿਆ ਜਾਵੇ, ਇਹ ਫੈਸਲੇ ਨੇ ਮੁੜ ਕੇ ਮਾਤਾ ਪਿਤਾ ਨੂੰ ਤੇ ਸਕੂਲ ਮੈਨੇਜਮੈਂਟਸ ਨੂੰ ਨੇੜੇ ਲਿਆਂਦਾ। ਜਿਹੜੇ ਹੁਣ ਤੱਕ ਦੇ ਫੈਸਲੇ ਕੀਤੇ ਜਾ ਰਹੇ ਸੀ ਜਾਂ ਉਹਦੇ ਨਾਲ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਇਸ ਲਈ ਅਸੀਂ ਪੇਰੈਂਟਸ ਨੂੰ ਅਪੀਲ ਕਰਦੇ ਹਾਂ ਵੀ ਉਹ ਮੁੜ ਕੇ ਆਪਦੇ ਮੈਨੇਜਮੈਂਟਸ ਦੇ ਨਾਲ, ਪ੍ਰਿੰਸੀਪਲਸ ਨਾਲ, ਟੀਚਰਾਂ ਨਾਲ ਰਾਬਤਾ ਕਾਇਮ ਕਰਕੇ ਜੋ ਵੀ ਤੁਸੀਂ ਸਹੂਲਤ ਲੈਣੀ ਆ ਉਹਨਾਂ ਤੋਂ ਲਓ। ਇਹ ਸਹੂਲਤਾਂ ਕਦੇ ਵੀ ਕੋਰਟਾਂ ਤੋਂ, ਪੋਲੀਟੀਕਲ ਲੋਕਾਂ ਤੋਂ ਨਹੀਂ ਮਿਲਦੀਆਂ ਹੁੰਦੀਆਂ। ਲਾਹੌਰ ਦੇ ਵਿੱਚ ਕੁਝ ਸਕੂਲਾਂ ਨੇ 3 ਮਹੀਨਿਆਂ ਦੀ ਫੀਸ ਮਾਫ ਕਰ ਦਿੱਤੀ ਹੈ ਤੇ ਛੋਟੇ ਬੱਚਿਆਂ ਦੀ 50% ਤੱਕ ਉਹ ਕਰਕੇ ਕੁਝ ਅਜਿਹਾ। ਇਹਦੇ ਵਿੱਚ ਮੈਂ ਪੱਖ ਸਪਸ਼ਟ ਕਰਨਾ ਚਾਹੁੰਦਾ। ਮੇਰੇ ਕੋਲ 2 ਕੇਸ ਆਏ ਨੇ ਜੀ। ਇੱਕ ਗੁਰਦਾਸਪੁਰ ਦਾ ਕੇਸ ਆ, ਉਹਨਾਂ ਕੋਲ 34 ਬੱਚੇ ਨੇ, 3 ਅਧਿਆਪਕ ਨੇ, 1 ਅਧਿਆਪਕ ਖੁਦ ਹੈ, 2 ਬਾਹਰਲੇ ਰੱਖੇ ਹੋਏ ਨੇ। ਇਹੋ ਜਿਹੇ ਮੌਕੇ ਦੇ ਉੱਤੇ ਕੁਝ ਲੋਕ ਹੋ ਸਕਦੇ ਨੇ ਆਪਦੀ ਉਹ ਛਵੀ ਵਧਾਉਣ ਵਾਸਤੇ, ਵਧੀਆ ਕਰਨ ਵਾਸਤੇ, ਜਿਹਦੇ ਕੋਲ ਕੁਝ ਹੈ ਹੀ ਨਹੀਂ। ਮੇਰੇ ਕੋਲ ਟਰਾਂਸਪੋਰਟ ਹੈ ਨਹੀਂ, ਮੈਂ ਐਲਾਨ ਕਰਦਾ ਵੀ ਮੈਂ ਟਰਾਂਸਪੋਰਟ ਸਾਰੀ ਛੱਡੀ। ਉਹ ਇਹੋ ਜਿਹੀਆਂ ਗੱਲਾਂ ਨੇ। ਅਦਰਵਾਈਜ਼ ਜਿਹੜੇ ਸਕੂਲ ਕੋਲ 1000-2000 ਦੀ ਸਟਰੈਂਥ ਆ, ਉਹਦੇ ਲਈ ਸੰਭਵ ਹੀ ਨਹੀਂ ਹੈ ਵੀ ਇਸ ਕੋਰਟ ਦੇ ਫੈਸਲੇ ਤੋਂ ਹੋਰ ਥੱਲੇ ਆਉਣਾ, ਕਿਉਂਕਿ ਅਜਿਹੀ ਹਾਲਤ ਦੇ ਵਿੱਚ ਫਿਰ ਉਹ ਤਨਖਾਹਾਂ ਵੀ ਨਹੀਂ ਦੇ ਪਾਊਗਾ ਜੀ।